ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮਸਲੇ ਲੈਂਦੇ ਹਾਂ ਜਿਹੜੇ ਖਾਸ ਤੌਰ 'ਤੇ ਮਗੇ ਹੁੰਦੇ ਆ, ਪੱਕੇ ਹੁੰਦੇ ਆ, ਅਤੇ ਮੇਰੇ ਨਾਲ ਸੰਜੀਵ ਖੰਨਾ ਜੀ ਨੇ। ਅਤੇ ਖੰਨਾ ਜੀ, ਉਹ ਮਸਲਾ ਦੱਸੋ ਸਾਡੇ ਦਰਸ਼ਕਾਂ ਨੂੰ ਜਿਹੜਾ ਇਸ ਵੇਲੇ ਪੂਰਾ ਮਗਿਆ ਹੋਇਆ ਔਰ ਚਿੰਤਾ ਦਾ ਵਿਸ਼ਾ ਵੀ ਹੈਗਾ ਔਰ ਲੋਕਾਂ ਦੀ ਨਜ਼ਰ ਉਸ ਵਿਸ਼ੇ ਵੱਲ ਹੈ। ਦੇਖੋ, ਕਾਫੀ ਦਿਨਾਂ ਤੋਂ ਪੰਜਾਬ ਦੇ ਅੰਦਰ ਸਰਗਰਮੀ ਹੈ ਜੀ। ਅੰਮ੍ਰਿਤਪਾਲ ਸਿੰਘ ਦੀ ਅਰੈਸਟ ਨੂੰ ਲੈ ਕੇ ਸਹੀ ਗੱਲ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਅਸਲੀਅਤ ਕੀ ਹੈ। ਹੁਣ ਇਹ ਪਬਲਿਕ ਵੀ ਜਾਣਨਾ ਚਾਹੁੰਦੀ ਹੈ, ਪਰ ਪਬਲਿਕ ਨੂੰ ਅਸੀਂ ਕੀ ਰਿਪੋਰਟ ਦਈਏ ਜਦੋਂ ਤੱਕ ਸਾਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਸੋ ਇਸ ਵਕਤ ਕੀ ਸਥਿਤੀ ਹੈ, ਜੋ ਐਟ ਪ੍ਰੈਜ਼ੈਂਟ ਤਾਜ਼ਾ ਹਾਲਾਤ ਕੀ ਨੇ? ਕਿਉਂਕਿ ਇਹਦੇ ਵਿੱਚ ਸਾਰੇ ਲੋਕਾਂ ਦਾ ਧਿਆਨ ਇਸ ਜਿਹੜਾ ਮਸਲੇ ਨੇ ਖਿੱਚ ਲਿਆ। ਜਿੱਥੇ ਜਿੱਥੇ ਵੀ ਲੋਕ ਬੈਠੇ ਨੇ, ਚਾਹੇ ਉਹ ਸਾਡੇ ਪ੍ਰਵਾਸੀ ਭਾਰਤੀ ਬਾਹਰਲੇ ਦੇਸ਼ਾਂ ਵਿੱਚ ਬੈਠੇ ਆ, ਚਾਹੇ ਪੰਜਾਬ ਵਿੱਚ ਨੇ, ਹਰਿਆਣਾ ਵਿੱਚ ਨੇ, ਹਿਮਾਚਲ ਵਿੱਚ ਨੇ, ਹਰ ਜਗ੍ਹਾ ਹੀ ਲੋਕਾਂ ਦਾ ਧਿਆਨ ਇਸ ਪਾਸੇ ਹੈ। ਸਿਰਫ ਪਾਰਟੀਕੂਲਰ ਇੱਕ ਕਮਿਊਨਿਟੀ ਵੱਲ ਨਹੀਂ ਗਾ, ਸਾਰੇ ਲੋਕਾਂ ਦਾ ਜਿਹੜੇ ਵੀ ਕਿਸੇ ਧਰਮ ਨਾਲ ਸੰਬੰਧਿਤ ਨੇ ਉਹਨਾਂ ਦਾ ਇਹ ਧਿਆਨ ਹੈ। ਇਸ ਕਰਕੇ ਹੈਗਾ ਕਿ ਖਲਬਲੀ ਮੱਚ ਗਈ ਪੰਜਾਬ ਵਿੱਚ। ਜਿਹਨੂੰ ਵੀ ਵੇਖਿਆ ਉਹਨੂੰ ਫੜ ਲਿਆ, ਉਹਨੂੰ ਫੜ ਕੇ ਅੰਦਰ ਕਰ ਲਿਆ, ਉਹ 'ਤੇ ਕੋਈ ਧਾਰਾ ਲਾਤੀਆਂ। ਮਸਲਾ ਜਿਹੜਾ ਉਹ ਸੀਗਾ ਅਜਨਾਲੇ ਦੇ ਵਿੱਚ ਜੋ ਵਾਪਰਿਆ ਸੀਗਾ ਥਾਣੇ ਦੇ ਵਿੱਚ, ਜਦੋਂ ਕਿ ਉੱਥੇ ਇੱਕ ਮੁੰਡੇ ਨੂੰ ਤੂਫਾਨ ਸਿੰਘ ਨੂੰ ਛਡਾਉਣ ਗਏ ਸੀਗੇ, ਪਰ ਉਹ ਤੋਂ ਬਾਅਦ ਇਹ ਵਿਗੜਦਾ ਗਿਆ ਕਿਉਂਕਿ ਉਹਨੂੰ ਉਦੋਂ ਤਾਂ ਅਰੈਸਟ ਕੀਤਾ ਨਹੀਂ, ਉਦੋਂ ਤਾਂ ਇਹਨਾਂ ਦੇ ਸਾਹਮਣੇ ਸੀਗਾ। ਜਦੋਂ ਇਹਦੇ 'ਤੇ ਸ਼ਾਂਤੀ ਹੋ ਗਈ, ਜਦੋਂ ਮਸਲਾ ਮੁੱਕ ਗਿਆ, ਇਹਨੂੰ ਦੁਬਾਰਾ ਫਿਰ ਨਵੇਂ ਸਿਰਿਓਂ ਇਹਨਾਂ ਨੇ ਛੇੜ ਦਿੱਤਾ। ਜਿਹਨੂੰ ਕਹਿੰਦੇ ਨੇ ਕਿ ਬਈ ਘੜੀ ਉਬਾਲਣ ਵਾਲੀ ਗੱਲ ਹੀ ਗਈ। ਦੁਬਾਰਾ ਉਹਨਾਂ ਨੇ ਫਿਰ ਉਸੇ ਹੀ ਨਜ਼ਰ ਨਾਲ ਵੇਖ ਲਿਆ ਉਹਨੂੰ। ਉਹਦੇ 'ਚ 78 ਮੁੰਡੇ ਇੱਕੇ ਦਿਨ ਫੜ ਲਏ, ਦੂਜੇ ਬਾਕੀ ਕਹਿੰਦੇ ਕਿ ਭੱਜ ਗਏ ਨੇ, ਉਹ ਦੌੜ ਗਏ ਆ। ਇਹਨਾਂ ਦਾ ਅੰਮ੍ਰਿਤਪਾਲ ਨੂੰ ਇਹਨਾਂ ਨੇ ਭਗੌੜਾ ਕਰਾਰ ਕਰ ਦੇ ਦਿੱਤਾ। ਫਿਰ ਇਹ ਕਦੀ ਕਹਿੰਦੇ ਆ ਕਿ ਨੇਪਾਲ ਦੇ ਬਾਰਡਰ 'ਤੇ ਪਹੁੰਚ ਗਿਆ, ਕਦੀ ਕਹਿੰਦੇ ਆ ਦਿੱਲੀ ਦੇਖਿਆ। ਇੱਕ ਵੀਡੀਓ ਕੱਲ੍ਹ ਦਿਖਾਈ ਇਹਨਾਂ ਨੇ, ਉਹਦੇ 'ਚ ਸਿਰ 'ਤੇ ਪਗੜੀ ਨਹੀਂ ਗਈ ਅਤੇ ਉਹ ਉਸੇ ਤਰ੍ਹਾਂ ਚੱਲ ਰਿਹਾ ਔਰ ਉਹਨੂੰ ਇਹਨਾਂ ਨੇ ਕਿਹਾ ਕਿ ਇਹ ਅੰਮ੍ਰਿਤਪਾਲ ਆ। ਜੇ ਪਰ ਜਿੱਥੇ ਕਿਤੇ ਨਜ਼ਰ ਆਉਂਦਾ ਤਾਂ ਫੜਦੇ ਕਿਉਂ ਨਹੀਂ? ਵੀਡੀਓ ਆ ਰਹੀ ਆ, ਲੋਕ ਉਹਦੇ 'ਤੇ ਗੁੱਸਾ ਵੀ ਕਰ ਰਹੇ ਆ, ਆਲੋਚਨਾ ਵੀ ਕਰ ਰਹੇ ਆ ਕਿ ਜੇ ਵੀਡੀਓ ਨਜ਼ਰ ਆ ਰਹੀ ਤਾਂ ਉੱਥੇ ਪੁਲਿਸ ਨਹੀਂ ਬੈਠੀ। ਦਿੱਲੀ ਕੋਈ ਹੈਗਾ, ਇੰਗਲੈਂਡ 'ਚ ਤਾਂ ਨਹੀਂ ਕਿ ਲੰਡਨ 'ਚ ਹੈ ਉਹ ਏਰੀਆ। ਇਹ ਇੱਕ ਤਮਾਸ਼ਾ ਬਣਾਤਾ ਸਰਕਾਰ ਨੇ, ਪੰਜਾਬ ਪੁਲਿਸ ਨੇ ਔਰ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਇਹਦੇ 'ਤੇ ਆਲੋਚਨਾਤਮਕ ਨਜ਼ਰਾਂ ਟਿਕੀਆਂ ਹੋਈਆਂ। ਪਰ ਇਹ ਇਸ ਕਰਕੇ ਲੋਕ ਗੁੱਸਾ ਕਰ ਰਹੇ ਆ ਕਿ ਜੇ ਮੁੰਡੇ ਨੇ ਕੋਈ ਮਾੜਾ ਮੋਟਾ ਕੁਛ ਕੀਤਾ, ਜੇ ਕੋਈ ਨੁਕਸਾਨ ਕੀਤਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ, ਉੱਤੇ ਧਾਰਾ ਲਾ ਕੇ ਉੱਤੇ ਕੇਸ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਕਰ ਲੈਂਦੇ ਸਾਰਾ ਕੁਛ। ਪਰ ਹੁਣ ਇਸ ਵੇਲੇ ਜਿਹੜੀਆਂ ਵੀ ਪੈਸਾ ਬਰਬਾਦ ਹੋ ਰਿਹਾ, ਗੱਡੀਆਂ 'ਤੇ ਗੱਡੀਆਂ ਚੱਲ ਰਹੀਆਂ, ਜਿਹਦੇ ਵਿੱਚ ਪੰਜਾਬ ਪੁਲਿਸ ਪੂਰੀ ਲੱਗੀ ਹੈ। 80,000 ਦੀ ਨਫਰੀ ਹੈ ਪੰਜਾਬ ਪੁਲਿਸ ਦੀ। ਅਜੇ ਵੀ ਕਹਿੰਦੇ ਨੇ ਘਾਟਾ ਪੁਲਿਸ, ਪਰ ਇਹਨਾਂ ਕੋਲ ਨਾ ਤਾਂ ਸਿੱਧੂ ਮੂਸੇਵਾਲੇ ਦੇ ਕਾਤਲ ਅਜੇ ਤੱਕ ਪੂਰੇ ਫੜੇ ਗਏ। ਉਹਦਾ ਫਾਦਰ ਇੰਨਾ ਤਰਾਸਦੀ 'ਚ ਰੋ ਰਿਹਾ, ਇੰਨਾ ਵਿਚਾਰਾ ਲੋਕਾਂ ਨੂੰ ਦੱਸ ਰਿਹਾ ਕਿ ਮੇਰੇ ਲਈ ਕੀ ਇਹ ਹੋ ਗਿਆ, ਉਹ ਅਜੇ ਤੱਕ ਕਿਸੇ ਵੀ ਸਿਰੇ 'ਤੇ ਨਹੀਂ ਲੱਗਾ। ਦੂਜਾ ਮਸਲਾ ਜਗਾ ਲਿਆ। ਫਿਰ ਪੰਜਾਬ ਪੁਲਿਸ ਦਾ ਮਤਲਬ ਹੈ ਸੁਰੱਖਿਆ ਦੇਣਾ ਹੈਗਾ ਜਾਂ ਲੋਕਾਂ ਨੂੰ ਚਿੰਤਾ 'ਚ ਪਾਉਣਾ ਹੈਗਾ। ਜਦੋਂ ਕਿ ਤੁਹਾਨੂੰ ਪਤਾ, ਆਪਾਂ ਗੱਲ ਕਰਦੇ ਕਿ BSF 50 ਕਿਲੋਮੀਟਰ ਪੰਜਾਬ ਦੇ ਅੰਦਰ ਆ, CRPF ਹੈਗੀ ਆ, ਆਰਮੀ ਜਦੋਂ ਮਰਜ਼ੀ ਬੁਲਾ ਸਕਦੇ ਆ, ਕਿਉਂਕਿ ਲੜਾਈ ਲੱਗੀ ਨੂੰ 71 ਤੋਂ ਬਾਅਦ ਲੜਾਈ ਨਹੀਂ ਲੱਗੀ, ਵਿਹਲੀ ਆ ਆਰਮੀ ਵੀ। ਪਰ ਇਹਨਾਂ ਕੋਲ ਜਦੋਂ ਕੋਈ ਤਸ਼ੱਦਦ ਕਰਦਾ ਜਾਂ ਜਦੋਂ ਕੋਈ ਤੋੜ ਭੰਨ ਕਰਦਾ, ਉਦੋਂ ਕਿਉਂ ਫੜ ਨਹੀਂ ਸਕਦੇ ਉਹਨਾਂ ਨੂੰ? ਈਵਨ ਇੰਟੈਲੀਜੈਂਸ ਦੇ ਦਫ਼ਤਰ ਮੋਹਾਲੀ 'ਚ ਉੱਥੇ ਗ੍ਰਨੇਡ ਸੁੱਟ ਕੇ ਉੱਥੇ ਉਹਨਾਂ ਨੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ। ਜਿਹੜੀਆਂ ਖੁਫੀਆ ਏਜੰਸੀਆਂ ਨੇ ਜਾਂ ਜਿਹੜੀ ਲੋਕਾਂ ਨੂੰ ਜਾਣਕਾਰੀ ਦੇਣ ਵਾਲੀਆਂ ਨੇ, ਜੇ ਉਹੀ ਸੁਰੱਖਿਅਤ ਨਹੀਂ ਅਤੇ ਫਿਰ ਕੌਣ ਰਹੂਗਾ? ਆਪਾਂ ਸੁਰੱਖਿਆ ਜਾਂ ਸਿਕਿਉਰਿਟੀ ਆਪਾਂ ਕਿੱਥੋਂ ਮੰਗਾਂਗੇ? ਇਹ ਗੱਲ ਪੰਜਾਬ 'ਚ ਹੈ। ਪਰ ਜਿਹਦੀ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੀਆਂ ਕਿ ਜੋ ਵੀ ਹੋ ਰਿਹਾ ਵਾ ਇਹ ਗਣੀਮਤੀ ਚਾਲ ਇਹਨਾਂ ਦੀ ਗਈ ਆ, ਕਿਉਂਕਿ ਹਾਈ ਕੋਰਟ ਨੇ ਹੁਣ ਜਵਾਬ ਮੰਗ ਲਿਆ ਪੰਜਾਬ ਸਰਕਾਰ ਕੋਲੋਂ। ਜਾਚਕਾਂ ਦਾਇਰ ਹੋ ਗਈਆਂ ਸੀ ਉੱਥੇ ਕਿ ਜਦੋਂ ਤੱਕ ਇਹ ਅੰਮ੍ਰਿਤਪਾਲ ਸਿੰਘ ਫੜਿਆ ਨਹੀਂ ਗਿਆ ਔਰ ਉਦੋਂ ਤੱਕ ਹੁਣ ਇਹ ਗੌਰਮੈਂਟ ਕੀ ਕਰ ਰਹੀ ਹੈਗੀ, ਇਹਨੂੰ ਫੜਨ ਦੇ ਵਿੱਚ ਇਹਨਾਂ ਦਾ ਕੀ ਕੁਤਾਹੀ ਕੀਤੀ, ਜਾਂ ਉਹਦੇ ਮੁੰਡੇ ਜਿਹੜੇ 78 ਦੇ 78 ਫੜੇ ਆ ਉਹਨਾਂ ਨੂੰ ਕਿਉਂ ਨਹੀਂ ਛੱਡ ਰਹੇ? ਔਰ ਇਹ ਮਸਲਾ ਜਿਹੜਾ ਹੈਗਾ ਉਲਝਦਾ ਜਾ ਰਿਹਾ ਦਿਨੋਂ ਦਿਨ, ਅਤੇ ਜਦੋਂ ਤੱਕ ਹੈਗਾ ਪੈਸਾ ਬਰਬਾਦ ਹੋ ਰਿਹਾ। ਲੋਕ ਜਿਹੜੇ ਇਸ ਵੇਲੇ ਹੁਣ ਕਣਕਾਂ ਦੀਆਂ ਕਟਾਈਆਂ ਜਾਂ ਸਾਰਾ ਕੁਛ ਹੋਣਾ, ਉਹਦਾ ਲੋਕਾਂ ਨੂੰ ਫਿਕਰ ਹੈਗਾ। ਉਹ ਲੋਕ ਪੈਸਾ ਮੰਗ ਰਹੇ, ਮੁਆਵਜ਼ਾ ਮੰਗ ਰਹੇ, ਸਾਰਾ ਕੁਛ ਮੰਗ ਰਹੇ ਆ। ਨਹੀਂ ਪਿਆ ਇੰਨਾ। ਹਾਂ, ਲੋਕਾਂ ਨੂੰ ਚਾਹੀਦਾ, ਜਿਹੜੇ ਕਿਸਾਨਾਂ ਦਾ ਦੇਸ਼ ਹੈਗਾ, ਪੰਜਾਬ ਹੈਗਾ ਸੂਬਾ, ਉਹਨਾਂ ਨੂੰ ਚਾਹੀਦਾ ਕਿ ਆਪਣੀ ਸਬਜ਼ੀਆਂ ਬੀਜਣ, ਆਪਣਾ ਕੰਮ ਕਰਨ, ਖੇਤਾਂ ਦੀ ਰਾਖੀ ਕਰਨ। ਉਸ ਪਾਸੇ ਨਹੀਂ ਗਾ ਲੜਾਈ ਝਗੜਾ। ਅੰਮ੍ਰਿਤਪਾਲ ਨੂੰ ਫੜਿਆ ਗਿਆ ਜੀ, ਅੰਮ੍ਰਿਤਪਾਲ ਇੱਥੇ ਪਤਾ ਲੱਗ ਗਿਆ। ਹੁਣ ਇਹਨਾਂ ਨੇ ਕਹਿ ਦਿੱਤਾ ਸ਼ੱਕ ਦੇ ਵਜੋਂ ਕਿ ਨੇਪਾਲ 'ਚ ਬੈਠਾ ਹੈਗਾ। ਨੇਪਾਲ ਕਿੰਨੀ ਕੁ ਦੂਰ ਹੈਗਾ? ਨੇਪਾਲ ਕੋਈ ਵੀਜ਼ਾ ਲੈਣਾ ਹੁੰਦਾ? ਨੇਪਾਲ ਤੁਸੀਂ ਸਿੱਧੇ ਜਾ ਸਕਦੇ ਜੇ।
ਕਾਠਮੰਡੂ ਵੇਖਣ ਲਈ ਸੈਲਾਨੀ ਜਾਂਦੇ ਆ, ਬੱਸਾਂ ਸਾਡੀਆਂ ਜਾਂਦੀਆਂ ਇੱਕ ਪੁਆਇੰਟ ਹੈ, ਜੀ ਅੰਮ੍ਰਿਤਪਾਲ ਦੇ ਨਾਲ ਦੇ ਬੰਦੇ ਫੜੇ ਜਾਂਦੇ ਪਏ ਜੀ ਨੇ, ਜੀ ਕਿਤੇ ਬੁਲਟ ਪ੍ਰੂਫ ਜੈਕਟਸ ਮਿਲਦੀਆਂ ਪਈਆਂ, ਕਿਤੇ ਹਥਿਆਰ ਮਿਲਦੇ ਪਏ ਨੇ, ਹੂੰ ਸਭ ਕੁਝ ਮਿਲੀ ਜਾਂਦਾ ਹੈ, ਆ ਪਰ ਜਿਹੜਾ ਹੀਰੋ ਹੈ ਨਾਟਕ ਦਾ ਆ ਉਹ ਨਹੀਂ ਫੜਿਆ ਜਾਂਦਾ ਪਿਆ। ਹੂੰ ਉਹਦਾ ਪਤਾ ਵੀ ਲੱਗਦਾ ਪਿਆ ਹੈ, ਹੁਣ ਉੱਥੇ ਚਲਾ ਗਿਆ ਹੈ, ਆ ਹੁਣ ਉੱਥੇ ਚਲਾ ਗਿਆ, ਫੋਟੋਆਂ ਆਉਂਦੀਆਂ ਪਈਆਂ ਨੇ, ਹੂੰ ਹੈਨਾ, ਕਦੇ ਮੋਟਰਸਾਈਕਲ ਤੇ, ਕਦੇ ਕਾਰ ਤੇ। ਉਹ ਬੰਦਾ ਕਿਉਂ ਨਹੀਂ, ਇੱਕ ਬੰਦਾ ਕਿਉਂ ਨਹੀਂ ਫੜਿਆ ਜਾ ਰਿਹਾ? ਅਸਲ 'ਚ ਤੁਹਾਡੀ ਗੱਲ ਬਿਲਕੁਲ ਵਧੀਆ ਹੈਗੀ ਹੈ, ਕਿਉਂਕਿ ਜਦੋਂ ਕਿ ਇਹਨਾਂ ਨੇ ਬਲੇਮ ਲਾਉਣੇ ਉਹਦੇ 'ਤੇ, ਤੁਸੀਂ ਬੁਲਟ ਪ੍ਰੂਫ ਜੈਕਟ ਦਾ ਦੱਸਿਆ ਕਿ 38 ਆਈਆਂ ਜੀ ਦਿੱਲੀ ਤੋਂ, ਫਿਰ ਉਹਦੇ ਕੋਲ ਲਾਂਚਰ ਆ, ਉਹਦੇ ਕੋਲ ਬੰਦੂਕਾਂ ਵਾ, ਉਹਦੇ ਕੋਲ AK-47 ਆ, ਇਹ ਬੜਾ ਕੁਝ ਮੜਨਗੇ, ਫਿਰ ਇਹ ਕੇਸ ਬਣਨਾ। ਨਹੀਂ ਤਾਂ ਅਜਨਾਲੇ ਵਾਲਾ ਕੇਸ ਇਹ ਇੰਨਾ ਬਹੁਤਾ ਵੱਡਾ ਕੇਸ ਨਹੀਂ ਹੈਗਾ ਕਿ ਉਹਨੇ ਬਹੁਤ ਬੰਦੇ ਮਾਰ ਦਿੱਤੇ ਜਾਂ ਕਤਲੋਗਾਰਤ ਕਰ ਦਿੱਤੀ। ਉਸ ਕੇਸ ਦੇ ਵਿੱਚ ਕਿੰਨੀ ਕੁ ਸਜ਼ਾ ਹੁੰਦੀ ਜਿੰਨੀ ਉਹ ਦੇਣ ਉਹਨੂੰ, ਕੁਝ ਨਹੀਂ ਹੈਗਾ, ਹੈ ਨਾ। ਉਹਦੇ ਵਿੱਚ ਕੋਈ ਇਹ ਨਹੀਂ ਹੈਗਾ, ਜੁਡੀਸ਼ਰੀ ਜੋ ਕਹਿੰਦੀ ਉਹਦੇ ਰਾਹੀਂ ਕਰਨੇ, ਪਰ ਇਹ ਨਹੀਂ ਹੈਗਾ ਕਿ ਉਹਨੂੰ ਲਮਕਾਈ ਜਾਣ, ਉਹਨੂੰ ਦੁੱਧ ਤੇ ਪਾਣੀ ਦਾ ਪਾਣੀ ਉਤਾਰ ਦੇਣ ਕਿ ਉਹਦੇ ਵਿੱਚ ਕੀ ਕੁਝ ਹੋ ਗਿਆ। ਪਰ ਇਹ ਹੁਣ ਕਦੀ ਬੰਗਲਾਦੇਸ਼ 'ਚ ਲੱਭਣਾ, ਕਦੀ ਨੇਪਾਲ 'ਚ ਜਾਣਾ ਚਲੇ ਗਿਆ, ਕਦੀ ਫਰਾਂਸ 'ਚ ਚਲੇ ਗਿਆ, ਕੱਲ੍ਹ ਪਰਸੋਂ ਨੇ ਇਹਨਾਂ ਨੇ ਕਹਿਣਾ ਕੈਨੇਡਾ ਚਲੇ ਗਿਆ, ਕੈਨੇਡਾ ਤੋਂ ਬਾਅਦ ਇਹਨਾਂ ਨੇ ਕਹਿਣਾ ਅਮਰੀਕਾ ਚਲੇ ਗਿਆ। ਗੋਲਡੀ ਬਰਾੜ ਬੈਠਾ ਹੀ ਆ ਉੱਥੇ, ਉਹਨੂੰ ਹੱਥ ਪਾਉਣ ਲਈ ਪੁਲਿਸ ਨਹੀਂ ਜਾ ਸਕੀ। ਇਹ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਮੀਡੀਆ ਦੇ ਤੌਰ 'ਤੇ, ਜੋ ਮੀਡੀਆ ਕਹਿ ਰਿਹਾ, ਸਾਰੇ ਮੀਡੀਆ ਇਹ ਕਰ ਰਹੇ, ਕਿਉਂਕਿ ਕਿਸੇ ਨੂੰ ਇਹ ਲੁਕਣ ਛਿਪੀ ਵਾਲੀ, ਲੁਕਣ ਮਿੱਚੀ ਜਿਹੜੀ ਖੇਡਣ ਵਾਲੀ ਗੱਲ ਹੈਗੀ ਆ ਕਿ ਕਿਹਦੀ ਵਾਰੀ ਆ ਗਈ, ਕੌਣ ਚਲੇ ਗਿਆ, ਇਹ ਬਿਲਕੁਲ ਖਾਸ ਤੌਰ 'ਤੇ ਇਹਨਾਂ ਨੇ ਤੁਸੀਂ ਦੱਸਿਆ ਕਿ ਡਰਾਮਾ ਹੀ ਬਣਾ ਦਿੱਤਾ। ਨਹੀਂ ਤੇ ਜੇ ਨਹੀਂ ਲੱਭ ਰਿਹਾ ਤਾਂ ਫਿਰ ਉਹਨੂੰ ਬੰਦ ਕਰਨ, ਕਿ ਨਹੀਂ ਆ ਜਾਗਾ, ਕਿਤੇ ਨਾ ਕਿਤੇ ਖੁਫੀਆ ਏਜੰਸੀਆਂ ਜਾਂਦੀਆਂ ਫੜ ਲੈਣਗੀਆਂ। ਇੱਕਦਮ ਫੜਨਾ ਵੀ ਚਾਹੁੰਦੇ ਆ, ਦੂਜਾ ਫੜ ਵੀ ਨਹੀਂ ਸਕੇ, ਤੀਜਾ ਉਹਨੂੰ ਆਂਦੇ ਜੇਲ੍ਹ 'ਚ ਅਸੀਂ ਲਿਆ ਕੇ ਡੱਕ ਦਾਂਗੇ। ਬਹੁਤ ਲੋਕ ਕਹਿ ਰਹੇ ਆ ਕਿ ਇਹ ਫੜਿਆ ਹੈਗਾ, ਇਹਨੂੰ ਕੈਪਚਰ ਕੀਤਾ ਪਿਆ। ਉਹਦੇ ਮਦਰ ਕਹਿ ਰਹੇ ਕਿ ਅੰਮ੍ਰਿਤਪਾਲ ਨੂੰ ਇਹਨਾਂ ਅਰੈਸਟ ਕਰ ਲਿਆ, ਵੀਡੀਓ ਉਹਦੀ ਮਦਰ ਨੇ ਕਿਹਾ। ਔਰ ਜਿਹੜੇ ਲੋਕ ਸ਼ਾਹਕੋਟ ਦੇ ਨੇ ਉਹ ਕਹਿੰਦੇ ਇੱਥੋਂ ਫੜਿਆ ਗਿਆ, ਇਹਨੂੰ ਗੱਡੀ 'ਚ ਬੰਦ ਕੀਤਾ ਗਿਆ। ਇਹ ਦੇਖੋ ਕਦੋਂ ਨਿਕਲਦਾ। ਬੇਸਿਕਲੀ ਵੀ ਆਲੋਚਨਾਤਮਕ ਤਰੀਕੇ ਨਾਲ ਗੱਲ ਕਰਨ ਨਾਲ ਜਿਹੜੇ ਸੂਝਵਾਨ, ਉਹ ਕਹਿੰਦੇ ਵੀ ਇੱਕਦਮ ਆਂਦੇ ਕਿ ਜਿਹੜਾ ਰੌਲਾ ਨਾ ਪਵੇ, ਜਵਾਲਾਮੁਖੀ ਨਾ ਫਟ ਜੇ, ਕਿ ਜਦੋਂ ਫੜਿਆ ਗਿਆ ਰੌਲਾ ਪੈ ਜਾਣਾ। ਉਸ ਰੌਲੇ ਨੂੰ ਇਹਨਾਂ ਨੇ ਬੰਦ ਕਰ ਲਈ। ਬਾਕੀ ਤਾਂ ਦੱਸੀ ਜਾਂਦੇ 78 69 40 45 ਫੜ ਲਏ ਆ, ਉਹ ਬੰਦੇ ਫੜੇ ਗਏ ਆ। ਅਤੇ ਤੁਹਾਡੀ ਗੱਲ ਹੈ ਕਿ ਜਿਹੜਾ ਮੇਨ ਜਿਹਨੇ ਕਰਤਾ ਧਰਤਾ, ਜਿਹਨੇ ਕੰਮ ਕੀਤਾ ਹੈਗਾ, ਜਿਹੜਾ ਇਸ ਪੰਜਾਬ ਵਾਰਿਸ ਦਾ ਮੁਖੀ ਬਣਿਆ, ਉਹਨੂੰ ਕਿਉਂ ਨਹੀਂ ਫੜ ਸਕੇ ਹੈਗੇ? ਫਿਰ ਜਾਂ ਤਾਂ ਨਿਊਜ਼ ਬੰਦ ਕਰ ਦੇਣ, ਜਾਂ ਮੀਡੀਆ ਵੱਲੋਂ ਚੁੱਪੀ ਧਾਰ ਦੇਣ ਵੀ ਨਹੀਂ ਸਾਨੂੰ ਨਹੀਂ ਪਤਾ, ਜੇ ਲੱਭ ਲਵਾਂਗੇ ਫਿਰ ਦੱਸ ਦਾਂਗੇ। ਇੱਕ ਪਾਸੇ ਮੀਡੀਆ ਦੇ ਸਾਹਮਣੇ ਆਉਂਦੇ ਆ, SSP ਸਾਹਿਬ ਆ ਜਾਂਦੇ ਆ, IG ਆ ਜਾਂਦੇ ਆ, ਹੈ ਨਾ, DG ਆਪਣੇ ਡਾਇਰੈਕਟਰ ਜਨਰਲ ਪੁਲਿਸ ਆ ਜਾਂਦੇ ਆ। ਔਰ ਇਹ ਤਮਾਸ਼ਾ ਉਹੀ ਬਣਾਤਾ ਜੋ ਪਹਿਲੋਂ ਨਹੀਂ ਸੀ ਆਪਣੇ ਹੋਏ। ਗੋਲਡੀ ਬਰਾੜ ਉੱਥੇ ਬੈਠਾ, ਉਸ ਤੋਂ ਬਾਅਦ 4 ਬੰਦੇ ਹੋਰ ਫੜ ਲਏ। ਲਾਰੈਂਸ ਬਿਸ਼ਨੋਈ ਫੜਿਆ ਬੈਠਾ, ਉਹਦੇ 2 ਇੰਟਰਵਿਊ ਚਲੇ ਗਏ, ਹੈਗੇ ਨੇ 2 ਇੰਟਰਵਿਊ। ਤੀਜੀ ਗੱਲ, ਜਦੋਂ ਵੀ ਗੋਂਦਵਾਲ ਜੇਲ੍ਹ ਹੈਗੀ ਆ ਉੱਥੇ, ਉਹ ਮਾਰ ਕੇ ਉਹਨਾਂ ਨੇ 2 ਮੁੰਡੇ, ਤੋਂ ਬਾਅਦ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ। ਪਤਾ ਨਹੀਂ ਪੰਜਾਬ ਪੁਲਿਸ ਜੇਲ੍ਹਾਂ 'ਚ ਜਾਂ ਕਿੱਥੇ ਕੀ ਕਰ ਰਹੇਗਾ। ਮੀਡੀਆ ਨੂੰ ਤਾਂ ਅੱਛਾ, ਮੀਡੀਆ ਨੂੰ ਤਾਂ ਖਬਰਾਂ ਮਿਲ ਜਾਂਦੀਆਂ। ਜਦੋਂ ਵੀ ਸੱਚਾ ਸੌਦਾ ਵਾਲੇ ਫੜੇ ਗਏ ਸੀਗੇ, ਜਦੋਂ ਉਹਨਾਂ ਨੂੰ ਲਿਆਂਦਾ ਸੀਗਾ, 20 ਦਿਨ ਇਹੋ ਹੀ ਚੱਲਦੀ ਰਹੀ ਨਿਊਜ਼, ਹੈ ਨਾ। ਉਹੀ ਹੈ, ਨਿਊਜ਼ ਤਾਂ ਮਿਲਦੀ ਆ, ਮਸਾਲਾ ਮਿਲ ਜਾਂਦਾ, ਬੜੀਆਂ ਮੀਡੀਆ ਨੂੰ ਮਸਾਲਾ ਮਿਲਦਾ, ਮਸਾਲਾ ਮਿਲਦਾ, ਇਹ ਗੱਲ ਹੈਗੀ। ਸੋ TRP ਉਧਰ ਮੀਡੀਆ ਟ੍ਰਾਇਲ ਚੱਲਦਾ ਪਿਆ। ਠੀਕ ਹੈ, ਹਾਂ, ਜੁਡੀਸ਼ਰੀ ਵੀ ਕਹਿ ਰਹੀ ਹੈ, ਇਹਦੇ ਉੱਤੇ ਸਖਤਾਈ ਹੋ ਰਹੀ ਹੈ, ਬਿਲਕੁਲ, ਕਿ ਤੁਸੀਂ ਕੋਈ ਡੈਫੀਨੇਟ ਆਨਸਰ ਕਰੋ। ਇਹ ਜੁਡੀਸ਼ਰੀ ਵੱਲੋਂ ਵੀ ਹੁਕਮ ਜਾਰੀ ਹੋਏ ਨੇ, ਕੋਈ ਡੈਫੀਨੇਟ ਆਨਸਰ ਕਰੋ ਵੀ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ, ਕੀ ਰਿਜ਼ਲਟਸ ਆ ਰਹੇ ਨੇ, ਕੀ ਹੋ ਕੀ ਰਿਹਾ ਹੈ, ਸਭ ਕੁਝ ਕਲੀਅਰ ਕਰੋ। ਸੋ ਦੇਖੋ ਕੀ ਬਣਦਾ, ਦੇਖੋ ਕੀ ਬਣਦਾ। ਬਣਨਾ ਤਾਂ ਉਹੀ ਹੈ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਮਸਲਾ ਜਿਹੜਾ ਕਟਾਈ 'ਚ ਪੈ ਗਿਆ, ਲੰਬਾ ਹੋ ਗਿਆ। ਉਹਨਾਂ ਦਾ ਪੁੱਤ ਤਾਂ ਇਸ ਜਹਾਨ ਤੋਂ ਚਲੇ ਗਿਆ, ਉਹ ਰੋ ਰੋ ਕੇ ਕਮਲੇ ਹੋ ਗਏ ਵਿਚਾਰੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਉਹਦੀ ਬਰਸੀ 'ਤੇ ਇਹਨਾਂ ਨੇ ਰੌਲਾ ਪਾਤਾ, ਹੈ ਨਾ, ਉਹਦੇ 'ਚ ਉਹਨੂੰ ਕੈਪਚਰ ਕਰਨ ਦਾ, ਤਾਂ ਮੁੰਡਿਆਂ ਨੂੰ ਅਰੈਸਟ ਕਰ ਲਿਆ। ਉਹਦੀ ਬਰਸੀ ਤੋਂ 2 ਦਿਨ ਇੱਧਰ ਉੱਧਰ ਕਰ ਲਓ, ਹੈ ਕਿ ਨਹੀਂ, ਉਹ ਵੀ ਨਹੀਂ ਗਿਆ। ਉਹਨੇ ਉਹਦੀ ਰੂਹ ਨੂੰ ਸ਼ਾਂਤੀ ਲਈ ਉਹ ਸਮਾਗਮ ਰੱਖਿਆ ਸੀ, ਲੋਕਾਂ ਨੇ ਸ਼ਰਧਾਂਜਲੀਆਂ ਅਰਪਣ ਕਰਨੀਆਂ ਸੀਗੀਆਂ, ਬੜਾ ਕੁਛ ਹੋਣਾ ਸੀ। ਉਹ ਵੀ ਗੱਲਾਂ ਜਿਹੜੀਆਂ ਹੈਗੀਆਂ, ਕੋਈ ਡਿਸੀਜਨ ਵੀ ਜਿਹੜਾ ਹੈਗਾ ਉਹ ਐਪਰੋਪ੍ਰੀਏਟ ਨਹੀਂ ਹੈਗਾ, ਇਹਨੂੰ ਕਰਨਾ ਚਾਹੀਦਾ। ਬਿਲਕੁਲ ਠੀਕ। ਹਾਂ, ਚਲੋ ਆਪਾਂ ਅੱਗੇ ਵਧੀਏ। ਜੀ ਜੀ। CM ਮਾਨ ਉਹਨਾਂ ਨੇ, ਜੋ ਜਥੇਦਾਰ ਸਾਹਿਬ ਨੇ ਅਕਾਲ ਤਖਤ ਦੇ, ਉਹਨਾਂ ਨੂੰ ਕਿਹਾ ਕਿ ਇੱਕ ਕਹਿ ਸਕਦੇ ਹੋ ਰਿਕੁਐਸਟ ਕੀਤੀ ਹੈ, ਬੇਨਤੀ ਕੀਤੀ ਹੈ ਕਿ ਹੱਸਦੇ ਵਸਦੇ ਲੋਕਾਂ ਨੂੰ ਨਾ ਭੜਕਾਓ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। CM ਮਾਨ ਇੱਦਾਂ ਦੀ ਗੱਲ ਕਹਿ ਰਹੇ ਨੇ ਜਥੇਦਾਰ ਜੀ ਨੂੰ। ਵੈਸੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹ ਜਿਹੜੀ ਇੱਕ ਖਾਸ ਕਮਿਊਨਿਟੀ ਨਹੀਂ, ਸਾਰਿਆਂ ਲਈ ਬੜੀ ਸਤਿਕਾਰਯੋਗ ਜਿਹੜੀ ਉਹ ਪਦਵੀ ਆ, ਔਰ ਉਹਨੂੰ ਬੜਾ ਜਿਹੜਾ ਸਤਿਕਾਰ ਦਿੰਦੇ ਆ। ਔਰ ਉਹਦੇ 'ਚ ਇਹ ਮਸਲਾ ਜਿਹੜਾ ਪੋਲੀਟੀਕਲ ਮਸਲਾ, ਇਹਨਾਂ ਨੇ ਇਸ ਕਰਕੇ ਕਿਹਾ, ਭਗਵੰਤ ਮਾਨ ਨੇ, ਕਿ ਉਹਨਾਂ ਨੇ ਕਿਹਾ ਸੀਗਾ ਅੰਮ੍ਰਿਤਪਾਲ ਨੂੰ, ਉਹਨਾਂ ਨੇ ਇੱਕ ਮੈਸੇਜ ਕਰ ਦਿੱਤਾ ਟਵੀਟ 'ਤੇ ਕਿ
ਤੂੰ ਜੇ ਛੇਤੀ ਕਰੇਂਗੀ ਤਾਂ ਅਕਾਲ ਤਖਤ ਸਾਹਮਣੇ ਆ ਕੇ ਪੇਸ਼ ਹੋ ਜਾ, ਇੱਥੇ ਸਾਡੇ ਆ ਜਾ, ਤੂੰ ਬਚ ਵੀ ਜਾਏਗਾ, ਸਾਰਾ ਕੁਝ ਹੋ ਜਾਊਗਾ, ਜਾਂ ਆਪਣੀ ਵੀਡੀਓ ਭੇਜ, ਤੂੰ ਕਿੱਥੇ ਹੈਗਾ। ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੂੰ ਪਿਆਰ ਨਾਲ ਕਿਹਾ ਹੀ ਹੈਗਾ, ਕਿਉਂਕਿ ਉਹ ਵੀ ਅੰਮ੍ਰਿਤਧਾਰੀ ਸੀਗਾ ਅੰਮ੍ਰਿਤਪਾਲ, ਔਰ ਇਹ ਵੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ, ਤਾਂ ਉਹਨਾਂ ਨੇ ਕਿਹਾ ਕਿ ਤੂੰ ਆ ਸਕਦਾ। ਪਰ ਇਹਦਾ ਜਿਹੜਾ ਮਸਲਾ ਪੋਲੀਟੀਕਲ ਨਹੀਂ ਸੀ ਹੋਣਾ ਚਾਹੀਦਾ, ਇਹ ਪੋਲੀਟੀਕਲ ਹੋ ਗਿਆ ਹੁਣ ਦੁਬਾਰਾ, ਕਿ ਜਦੋਂ ਭਗਵੰਤ ਮਾਨ ਨੇ ਸਿੱਧਾ ਹੀ ਉਹਨਾਂ ਨੂੰ ਕਹਿ ਦਿੱਤਾ ਜਥੇਦਾਰ ਸਾਹਿਬ ਨੂੰ, ਜਾਂ ਤਾਂ ਮੀਟਿੰਗ ਰੱਖ ਲੈਂਦਾ, ਉਹਨਾਂ ਨੂੰ ਮੀਟਿੰਗ ਰੱਖ ਕੇ ਉਹਨਾਂ ਨੂੰ ਸਤਿਕਾਰਯੋਗ ਜਿਹੜੀ ਪੋਸਟ ਹੈ ਉਹਨਾਂ ਨੂੰ ਕਹਿੰਦਾ ਕਿ ਆਹ ਜਿਹੜੀ ਗੱਲ ਹੈ ਇਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਕਿਹਾ ਹੈਗਾ ਤਾਂ ਟਵੀਟ ਨਾ ਕਰੋ, ਉਹਨੂੰ ਵੈਸੇ ਕਿਸੇ ਸੋਰਸ ਨਾਲ ਬੁਲਾ ਲਓ ਇੱਥੇ, ਫਿਰ ਅਸੀਂ ਪੇਸ਼ ਕਰ ਦਾਂਗੇ ਉਹਨੂੰ, ਫਿਰ ਉਹਦੇ 'ਤੇ ਸਾਰਾ ਕੁਝ ਹੋ ਜਾਊਗਾ। ਜਿਹੜਾ ਸੋਸ਼ਲ ਮੀਡੀਆ 'ਤੇ ਕਰਨਾ ਇਹ ਬੜੀ ਬੁਰਾ ਪ੍ਰਭਾਵ ਪਾਉਂਦਾ ਲੋਕਾਂ 'ਤੇ, ਔਰ ਉਹਦੇ ਵਿੱਚ ਬਾਦਲ ਫੈਮਿਲੀ ਜਿਹੜੀ ਹੈਗੀ ਹੈ, ਅਕਾਲੀ ਦਲ ਨਾਰਾਜ਼ ਹੋ ਗਿਆ। ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਅਕਾਲ ਤਖਤ ਨਾਲ ਮੱਥਾ ਲਾਉਂਦਾ ਉਹ ਹਮੇਸ਼ਾ ਉਹਦਾ ਹਸ਼ਰ ਬਹੁਤ ਖਰਾਬ ਹੁੰਦਾ। ਇਹ ਸੁਖਬੀਰ ਬਾਦਲ ਨੇ ਕਿਹਾ ਹੈਗਾ, ਔਰ ਵੱਡੇ ਬਾਦਲ ਸਾਹਿਬ ਨੇ ਵੀ ਕਹਿ ਦਿੱਤਾ। ਇਹਨਾਂ ਨੇ ਹੁਣ ਜਿਹੜਾ ਇਹ ਮਸਲਾ ਵਾ ਇਹਨੂੰ ਉਲਝਾ ਕੇ ਆਪਣੇ ਗਲ 'ਚ ਪਾ ਲਿਆ। ਇਹ ਕਿਉਂਕਿ ਅਕਾਲ ਤਖਤ ਦਾ ਜਿਹੜਾ ਹੈਗਾ ਇਹ ਧਾਰਮਿਕ ਮਸਲਾ ਹੈਗਾ, ਜਿੱਥੇ ਵੀ ਹੈਗਾ। ਈਵਨ ਜਥੇਦਾਰ ਹਰਪ੍ਰੀਤ ਸਿੰਘ ਜੀ ਜੋ ਜਥੇਦਾਰ ਨੇ ਉਹ ਉਹਨਾਂ ਨੂੰ ਬੁਲਾ ਕੇ ਸਜ਼ਾ ਵੀ ਦੇ ਸਕਦੇ, ਖਾਸ ਤੌਰ 'ਤੇ ਉਹ 'ਚ ਪੁਲਿਸ ਜੇ ਸਾਈਡ 'ਤੇ ਰਹਿ ਜੇ, ਐਡਮਿਨਿਸਟ੍ਰੇਸ਼ਨ ਸਾਈਡ 'ਤੇ ਰਹਿ ਜੇ, ਉਹਨੂੰ ਬੁਲਾ ਕੇ ਸਜ਼ਾ ਦੇ ਤੌਰ 'ਤੇ ਆ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਉਹਨਾਂ ਨੂੰ ਸਜ਼ਾ ਦਿੱਤੀ ਗਈ ਇੱਥੇ। ਵੱਡੇ ਤੋਂ ਵੱਡੇ ਜਿਹੜੇ ਬਾਦਸ਼ਾਹ ਸ਼ਹਿਨਸ਼ਾਹ ਉਹਨਾਂ ਨੂੰ ਤੇ ਸਜ਼ਾ ਦਿੱਤੀ ਗਈ ਹੈ। ਔਰ ਅੰਮ੍ਰਿਤਪਾਲ ਤਾਂ ਜੇ ਕੱਲ੍ਹ ਹੀ ਇੱਥੇ ਜਥੇਦਾਰੀ ਇਹਨੇ ਸੰਭਾਲੀ ਤਾਂ ਗਿਆ ਹੈਗਾ, ਉਹਨੂੰ ਬੁਲਾ ਕੇ ਉਹਨਾਂ ਨੇ ਵੈਸੇ ਡਿਸੀਜਨ ਅੱਛਾ ਰਿਹਾ ਸੀਗਾ, ਜਿੰਨੇ ਵੀ ਬੁੱਧੀਜੀਵ ਨੇ, ਜਿੰਨੇ ਵੀ ਸਿੱਖ ਵਿਦਵਾਨ ਨੇ, ਉਹਨਾਂ ਨੇ ਕਿਹਾ ਕਿ ਠੀਕ, ਉਹਨਾਂ ਨੇ ਬੁਲਾਇਆ, ਬਣਦਾ ਵੀ ਸੀਗਾ। ਉਹਦੀ ਜਾਨ ਬਚਾਉਣ ਲਈ ਉਹਨੂੰ ਆਪਣੇ ਸ਼ੈਲਟਰ ਦੇ ਥੱਲੇ ਲਿਆ ਕੇ ਉਹਨੂੰ, ਉਹਦੇ ਬਾਅਦ ਪੁਲਿਸ ਦਾ ਕੇਸ ਹੁੰਦਾ ਜਾਂ ਕੁਝ ਹੁੰਦਾ, ਉਹ ਪੈਰਵਾਈ ਕਰਨੀ ਸੀ। ਪਰ ਹੁਣ ਇਹਨਾਂ ਨੇ ਮਸਲੇ ਨੂੰ ਹੋਰ ਤਰੀਕੇ ਨਾਲ ਉਹਦੇ 'ਤੇ ਇਲਜ਼ਾਮ ਪਾ ਦਿੱਤਾ। ਔਰ ਇਹਦੇ 'ਚ ਭਗਵੰਤ ਮਾਨ ਨੇ ਜੇ ਕੁਝ ਕਿਹਾ ਹੈਗਾ ਤਾਂ ਇਹਦੇ 'ਚ ਦੋ ਤਰ੍ਹਾਂ ਦੀ ਆਪਸੀ ਲੜਾਈ ਹੋ ਗਈ। ਹੁਣ ਇੱਕ ਪਾਸੇ ਅਕਾਲੀ ਦਲ ਬਾਦਲ ਆ ਗਿਆ, ਇੱਕ ਪਾਸੇ ਆਪ। ਜਦੋਂ ਮੁੱਖ ਮੰਤਰੀ ਜਿਹੜਾ ਹੈੱਡ ਹੁੰਦਾ ਸਟੇਟ ਦਾ, ਉਹਨੇ ਜਦੋਂ ਗੱਲ ਕਹਿ ਦਿੱਤੀ ਇਹਦੇ ਨਾਲ ਉਹਨਾਂ ਨੂੰ ਚੁੱਭੀ ਗੱਲ, ਉਹਨਾਂ ਕਹਿੰਦਾ ਇਹ ਗੱਲ ਗਲਤ ਹੈਗੀ ਹੈ, ਕਿਉਂਕਿ ਜਦੋਂ ਧਰਮ ਦੇ ਨਾਲ ਸਿਆਸਤ ਦੀ ਖਹਿਬਾਜ਼ੀ ਹੋ ਜੇ ਤਾਂ ਉਹਦੇ ਵਿੱਚ ਸਿੱਟਾ ਜਿਹੜਾ ਮਾੜਾ ਗਲਤ ਨਿਕਲਦਾ। ਔਰ ਉਹਨਾਂ ਨੂੰ ਵੈਸੇ ਕਿਹਾ ਹੈਗਾ, ਪਰ ਉਹਨਾਂ ਨਾਲ ਮੀਟਿੰਗ ਕਰਕੇ ਕਹਿੰਦੇ, ਕਿਉਂਕਿ ਹੈੱਡ ਨੇ ਵੀ, ਭਗਵੰਤ ਮਾਨ ਹੈੱਡ ਪੰਜਾਬ ਦੇ, ਇਹਨਾਂ ਦਾ ਬਣਦਾ ਵੀ ਹੈਗਾ, ਪਰ ਇਹਨਾਂ ਨੂੰ ਟਵੀਟ ਦਾ ਜਵਾਬ ਟਵੀਟ 'ਚ ਨਹੀਂ ਸੀ ਦੇਣਾ ਚਾਹੀਦਾ, ਜਾਂ ਮੈਸੇਜ ਜਿਹੜਾ ਉੱਤੇ ਚੈਨਲਾਂ 'ਤੇ ਨਹੀਂ ਸੀ ਬੋਲਣਾ ਚਾਹੀਦਾ। ਬੁਲਾ ਕੇ ਉਹਨਾਂ ਨਾਲ ਪਹਿਲਾਂ ਵੀ ਗਏ, ਇਹਨਾਂ ਨਾਲ ਮੀਟਿੰਗ ਕੀਤੀ, ਪਰਸਨਲ ਗੱਲ ਕਰਨੀ ਚਾਹੀਦੀ ਸੀ, ਕਿਉਂਕਿ ਉਹਨਾਂ ਹੁਣ ਅੰਮ੍ਰਿਤਪਾਲ ਜਿਹੜਾ ਉਹਨਾਂ ਦਾ ਕੋਈ ਰਿਸ਼ਤੇਦਾਰ ਤਾਂ ਨਹੀਂ, ਕੋਈ ਸਾਕ ਸੰਬੰਧਿਤ ਨਹੀਂ, ਇੱਕ ਸਿੱਖ ਕਮਿਊਨਿਟੀ ਦੇ ਵਿੱਚੋਂ ਉਹਨਾਂ ਨੇ ਕਿਹਾ। ਉਹਨਾਂ 78 ਮੁੰਡੇ ਜਿਹੜੇ ਫੜੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਜਿਹੜਾ ਫੜਿਆ ਉਹਨਾਂ ਨੂੰ ਛੱਡ ਦੇਣ ਤਾਂ ਅੱਛੀ ਗੱਲ ਆ। ਉਹਨੂੰ ਇਹਨਾਂ ਨੇ ਅਲਟੀਮੇਟਮ ਕਹਿ ਦਿੱਤਾ, ਉਹਨਾਂ ਨੇ ਕਿਹਾ ਕਿ ਜਿਹੜੇ ਫੜੇ ਆ ਉਹਨਾਂ ਨੂੰ ਛੱਡ ਦਿਓ ਛੇਤੀ, ਨਹੀਂ ਤਾਂ ਫਿਰ ਇਹਦਾ ਖਮਿਆਜਾ ਗਲਤ ਹੋ ਜਾਊਗਾ। ਇਹ ਗੱਲ ਤਾਂ ਕਹਿਣੀ ਹੈਗੀ ਜਿਹੜੀ ਕੀਤੀ ਉਹਨਾਂ ਨੇ। ਪਰ ਆਹ ਮੇਰਾ ਖਿਆਲ ਹੁਣ ਇਹਦਾ ਜਿਹੜਾ ਦੇਖਿਓ, ਫੇਸਬੁੱਕ ਦੇਖਿਓ ਕਿਤੇ, ਉੱਤੇ ਲੋਕਾਂ ਦੇ ਵਿਚਾਰ ਸੁਣਿਓ, ਜਾਂ ਸਾਡੇ ਦਰਸ਼ਕ ਵੇਖਣਾ ਚਾਹੁੰਦੇ ਆ, ਕਿਉਂਕਿ ਮਾਮਲਾ ਬਿਲਕੁਲ ਬੜਾ ਉਲਝ ਗਿਆ, ਅਤੇ ਇਹਦੇ ਉਲਝਾਅ ਨਾਲ ਹੀ ਸਾਰੇ ਲੋਕਾਂ ਦੇ ਮਨ 'ਚ ਵੀ ਆ ਗਈ ਗੱਲ। ਕਿਉਂਕਿ ਕੁਛ ਤਾਂ ਲੋਕ ਹੁਣ ਉਹਨਾਂ ਦੇ ਪਿੰਡ ਨੂੰ ਵੀ ਇਹਨਾਂ ਸੀਲ ਕੀਤਾ ਪਿਆ, ਜਿਹੜਾ ਉਹਦਾ ਜਲੂਪੁਰ ਖੈੜਾ ਰਈਏ ਦੇ ਨਾਲ ਹੈਗਾ। ਲੋਕਾਂ ਦੀ ਜਿਹੜੀ ਨਾਰਮਲ ਲਾਈਫ ਉਹਨੂੰ ਵੀ ਇਹਨਾਂ ਕੰਪਲੀਕੇਟਡ ਬਣਾ ਦਿੱਤਾ। ਲੋਕ ਵਿਚਾਰੇ ਕੰਮ ਕਰਦੇ ਸੀ, ਪੜ੍ਹਦੇ ਸੀ ਵਿਚਾਰੇ ਬੱਚੇ। ਹੁਣ ਤੁਸੀਂ ਆ ਅੱਗੇ ਗੱਲ ਕੀਤੀ ਵੀ ਖੇਤੀਬਾੜੀ ਕਰਨ ਵਾਲੇ ਵਿਚਾਰੇ ਬੰਦੇ ਕਿੱਧਰ ਜਾਣਗੇ, ਕਿੱਧਰ ਲਿਜਾ ਕੇ ਟਰੈਕਟਰ ਕੱਢਣਗੇ, ਜਦੋਂ ਕਰਫਿਊ ਲਾਉਂਦੇ, ਜਦੋਂ ਸਾਰਾ ਕੁਝ ਕਰਦੇ। ਬੱਚਿਆਂ ਦੀ ਪੜ੍ਹਾਈ ਹੁਣ ਨਵੇਂ ਸੈਸ਼ਨ ਸ਼ੁਰੂ ਹੋ ਗਏ, ਇਹਦੇ ਵਿੱਚ ਸਾਰਾ ਕੁਝ ਇਲਜ਼ਾਮ 'ਤੇ ਮਾਰ ਦਿੰਦੇ ਸਾਰਾ ਕੁਝ। ਫਿਰ ਕਹਿੰਦੇ ਬਾਹਰਲੇ ਦੁਸ਼ਮਣ ਆ ਕੇ ਮਾਰਦੇ ਆ, ਨਸ਼ਾ ਖਾ ਰਹੇ ਮੁੰਡੇ ਜੀ, ਆਹ ਹੋ ਗਿਆ। ਫਿਰ ਜਦੋਂ ਤੁਸੀਂ ਸ਼ਾਂਤੀ ਨਹੀਂ ਰਹਿਣ ਦਿੰਦੀ ਪੰਜਾਬ 'ਚ ਹੋਣਾ, ਤਾਂ ਫਿਰ ਉਹਦਾ ਨਤੀਜਾ ਤੁਹਾਨੂੰ ਵੀ ਭੁਗਤਣਾ ਪੈਣਾ ਸਾਰਾ ਕੁਝ। ਨੌਜਵਾਨਾਂ ਨੂੰ ਸੰਭਾਲੋ, ਇਹ ਨੌਜਵਾਨ ਮੁੰਡੇ ਆ ਸਾਰੇ। ਚਾਹੇ ਇਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅੰਮ੍ਰਿਤਧਾਰੀ ਆ, ਜਾਂ ਇਹ ਤਲਵਾਰਾਂ ਪਾਈ ਫਿਰਦੇ ਆ, ਜਾਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਮੁੰਡੇ ਆ। ਇਹਨਾਂ ਨੂੰ ਸਿੱਧੇ ਰਾਏ ਪਾਉਣ, ਇਹਨਾਂ ਨੂੰ ਪਿਆਰ ਨਾਲ ਸਮਝਾਉਣ। ਭਗਵੰਤ ਮਾਨ ਜੀ ਵੀ ਰਲਣ, ਉਹਦੇ ਵਿੱਚ ਮੰਤਰੀ ਵੀ ਆ ਜਾਣ, ਉੱਧਰੋਂ ਜਥੇਦਾਰ ਸਾਹਿਬ ਨੇ, ਆਪਣੇ ਅਕਾਲ ਤਖਤ ਦੇ ਬਾਦਲ ਸਾਹਿਬ ਨੇ, ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾ, ਵੜਿੰਗ ਸਾਹਿਬ ਨੇ। ਮੇਰਾ ਖਿਆਲ ਹੈ ਇਹ ਜੇ ਇਕੱਠੇ ਹੋ ਜਾਣਗੇ ਤਾਂ ਪੰਜਾਬ 'ਚ ਸ਼ਾਂਤੀ ਆਊਗੀ। ਜੇ ਇਹਨਾਂ ਨੇ ਇੱਕ ਦੂਜੇ ਦੀ ਖਿੱਚਾਤਣੀ ਕਰਤੀ, ਤੇਰੀ ਤਣੀ ਮੇਰੇ ਹੱਥ 'ਤੇ, ਉਹਦੀ ਤਣੀ ਉਹਦੇ ਹੱਥ, ਫਿਰ ਖਿੱਚਾਤਾਣੀ ਨਾਲੇ ਸਾਰੇ ਰਗੜੇ ਜਾਣਗੇ, ਬੁਰਾ ਹਾਲ ਹੋਊਗਾ। ਫਿਰ ਹੋ ਸਕਦਾ ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਦੇ 'ਚ ਜਿਹੜੇ ਸਿੱਖ ਨੌਜਵਾਨ ਆ, ਉਹ ਯੂਥ ਦੇ ਜਿਹੜੇ ਹੈਗੇ ਆ ਇੰਚਾਰਜ, ਉਹਨਾਂ ਨੇ ਰਿਵੋਲਟ ਕੀਤਾ ਵੀ ਗੱਲ ਗਲਤ ਹੋ ਰਹੀ ਹੈ। ਉਹ ਕਹਿੰਦੇ ਕੱਲ੍ਹ ਨੂੰ ਸਾਨੂੰ ਹੱਥ ਪੈ ਜਾਊਗਾ, ਕੱਲ੍ਹ ਸਾਨੂੰ ਘੜੀਸ ਕੇ ਜੇਲ੍ਹਾਂ 'ਚ ਲੈ ਜਾਣ। ਬਿਲਕੁਲ ਇਹ ਗੱਲ ਹੈਗੀ। ਇਹਦੇ ਪਿੱਛੇ ਹੁਣ ਪਤਾ ਨਹੀਂ ਕੀ ਸਾਜ਼ਿਸ਼ ਹੈ, ਔਰ ਕੀ ਇਹਦੇ 'ਚ ਚਾਹੁੰਦੇ ਆ, ਕੀ ਇਹਦਾ ਸਿੱਟਾ ਕਿਸ ਤਰ੍ਹਾਂ ਦਾ ਕੱਢਣਾ ਚਾਹੁੰਦੇ ਆ। ਔਰ ਧਰਮ ਦਾ ਅਤੇ ਸਿਆਸਤ ਦਾ ਕਦੀ ਆਪਸੀ ਮੇਲ ਨਹੀਂ ਹੋਣਾ ਚਾਹੀਦਾ, ਦੂਰ ਦੂਰ ਹੋਣਾ। ਬਿਲਕੁਲ ਜੀ, ਧਰਮ ਇਸਤੇਮਾਲ ਹੋ ਜਾਂਦਾ ਹੈ, ਸਿਆਸਤ ਉਹਨੂੰ ਇਸਤੇਮਾਲ ਕਰ ਲੈਂਦੀ ਹੈ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਸਹੀ ਗੱਲ। ਉਹਦੇ ਰਿਜ਼ਲਟਸ ਬੜੇ ਖਤਰਨਾਕ ਨਿਕਲਦੇ। ਬਿਲਕੁਲ ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਨੇ ਬਜਟ ਦਿੱਤਾ ਹੈ ਆਪਣਾ 11.40 ਅਰਬ ਰੁਪਏ ਦਾ, ਪਾਸ ਹੋ ਗਿਆ। ਇਹ 2022-23 ਦਾ ਜਿਹੜਾ ਸਾਲਾਨਾ ਬਜਟ ਇਹਨਾਂ ਦਾ,
ਔਰ ਇਹਦੀ ਇਹਨਾਂ ਰਿਪੋਰਟ ਪੇਸ਼ ਕਰਤੀ ਹੈ। ਪਹਿਲਾਂ ਤਾਂ ਇਹਨਾਂ ਨੇ ਖਾਨਾ ਜੀ ਆਪਾਂ ਡਿਸਕਸ ਕੀਤਾ ਸੀ, ਇਹਨਾਂ ਨੇ ਕਿਹਾ ਸੀ ਕਿ ਅਸੀਂ ਲੋਕਾਂ ਦੇ ਹਵਾਲੇ ਕਰਤਾ, ਲੋਕਾਂ ਦੀ ਰਾਏ ਮੰਗੀ ਹੈ ਔਰ ਲੋਕ ਉਹਨਾਂ ਦੀ ਐਪ 'ਤੇ ਆ ਕੇ ਦੱਸਦੇ ਵੀ ਰਹੇ ਵੀ ਕਿੱਥੇ ਕਿੱਥੇ ਕੀ ਖਰਚ ਕਰਨਾ ਚਾਹੀਦਾ, ਔਰ ਇਹਨਾਂ ਨੇ ਕੱਲ੍ਹ ਪੇਸ਼ ਕਰਤਾ। ਔਰ ਇਹਦੇ ਵਿੱਚ ਇਹ ਬਜਟ ਇੰਡੀਆ ਦੀ ਪਾਰਲੀਮੈਂਟ ਤੋਂ ਦੂਜਾ ਬਜਟ ਹੁੰਦਾ ਜਿਹੜਾ ਇੰਨਾ ਵੱਡਾ ਬਜਟ ਹੈ, ਲਾਰਜੈਸਟ ਬਜਟ ਹੈ। ਔਰ ਇਹਦੇ ਵਿੱਚ ਦੇਖੋ 12 ਅਰਬ ਦੇ ਨੇੜੇ ਚਲੇ ਗਿਆ ਬਜਟ। ਔਰ ਇਹਦੇ ਵਿੱਚ ਅਜੇ ਹਰਿਆਣਾ ਦਾ ਨਹੀਂ ਹੈਗਾ, ਹਰਿਆਣਾ ਦੇ ਜਿਹੜੇ ਵੀ ਧਾਰਮਿਕ ਸਥਾਨ ਨੇ, ਕਿਉਂਕਿ ਉਹ ਹਰਿਆਣਾ ਵੱਖਰਾ ਹੋ ਗਿਆ, ਉਹਨਾਂ ਦੀ SCPC ਜਿਹੜੀ ਉਹ ਵੱਖਰੀ ਸ਼੍ਰੋਮਣੀ ਕਮੇਟੀ ਵੱਖਰੀ ਬਣ ਗਈ। ਤਾਂ ਉਹਦੇ ਵਿੱਚ ਜਿੰਨਾ ਪੈਸਾ ਸੀ ਉਹ ਤਾਂ ਘਟ ਗਿਆ, ਪਰ ਫਿਰ ਵੀ ਇਹ ਬਜਟ ਬਹੁਤ ਪੂਰੇ ਦਾ ਪੂਰਾ ਹੈਗਾ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ EMPLOYE ਨੇ, ਸੇਵਾਦਾਰ ਨੇ, ਉਹਨਾਂ ਦੀ ਤਨਖਾਹ, ਜਿਹੜੇ ਸਕੂਲ ਕਾਲਜ ਚੱਲਦੇ ਨੇ, ਮਾਸਟਰ ਨੇ, ਪ੍ਰੋਫੈਸਰ ਨੇ, ਉਹਨਾਂ ਦੀਆਂ ਸੈਲਰੀ। ਫਿਰ ਉਹਦੇ ਵਿੱਚ ਇਹਨਾਂ ਨੇ ਕਿ ਇੱਕ ਨਵਾਂ ਕੰਮ ਕੀਤਾ, ਜਿਹੜੇ ਵੀ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਹਨਾਂ ਨੇ ਘੱਟੋ ਘੱਟ ਪੈਸਾ ਦੇਣ ਦਾ ਦੇਖ ਲਿਆ। ਕੁਛ ਉਹਨਾਂ ਦੀ ਪੈਨਸ਼ਨ ਤਾਂ ਨਹੀਂ, ਉਹਨਾਂ ਨੂੰ ਕੁਛ ਮੁਆਵਜ਼ਾ ਜਾਂ ਉਹਨਾਂ ਦੇ ਘਰ ਦਾ ਖਰਚਾ ਤੋਰਨ ਲਈ ਪਰ ਮੰਥ ਪੈਸਾ ਦੇਣਾ ਐਲਾਨ ਕਰ ਦਿੱਤਾ। ਬਿਲਕੁਲ। ਤੀਜਾ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵੀ ਰਿਹਾ ਕਰ ਨਹੀਂ ਹੋਏ, ਸਾਰਾ ਕੁਛ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਔਰ ਉਹਨਾਂ ਨੂੰ ਰਿਹਾ ਕਰਾਉਣ ਲਈ ਜਿੰਨੇ ਵਕੀਲ ਕਰਨਗੇ, ਜਿੱਥੇ ਜੋ ਲੀਗਲ ਤੌਰ 'ਤੇ ਖਰਚਾ ਉਹ SGPC ਸੰਭਾਲੇਗੀ। ਔਰ ਇਹ ਮੈਸੇਜ ਜਿਹੜਾ ਹੈਗਾ ਪ੍ਰਧਾਨ ਜਿਹੜੇ ਨੇ SGPC ਦੇ ਸ਼੍ਰੋਮਣੀ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਜੀ ਔਰ ਉਹਨਾਂ ਵੱਲੋਂ ਗਿਆ, ਔਰ ਉਹਦੇ ਨਾਲ ਨੇ ਗੁਰਚਰਨ ਸਿੰਘ ਗਰੇਵਾਲ, ਉਹਨਾਂ ਵੱਲੋਂ ਇਹ ਸਾਰਾ ਵਿਉਂਤਬੰਦੀ ਕੀਤੀ ਗਈ ਹੈ। ਪਰ ਇਸ ਤੌਰ 'ਤੇ ਨਾਲੇ ਇਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਦੇ ਲਈ ਜਿੱਥੇ ਲੰਗਰ ਲੱਗਦੇ ਨੇ ਔਰ ਜਿੱਥੇ ਕੋਈ ਦਿਨ ਦਿਹਾੜਾ ਹੁੰਦਾ, ਜਦੋਂ ਆਤਿਸ਼ਬਾਜ਼ੀ ਚਲਾਉਣੀ ਆ, ਜਦੋਂ ਜਹਾਜ਼ ਫੁੱਲ ਛੁੱਟਦੇ ਉੱਥੇ ਆ ਕੇ, ਜਿੱਥੇ ਫਲੋਰੀਕਲਚਰ ਫੁੱਲ ਬੀਜੇ ਜਾਂਦੇ ਆ, ਫਿਰ ਉੱਥੇ ਕਈ ਖਰਚੇ ਹੁੰਦੇ ਆ, ਬੱਚਿਆਂ ਦੀਆਂ ਪੁਸ਼ਾਕਾਂ, 5 ਪਿਆਰੇ ਆ ਰਹੇ ਨੇ, ਗੱਡੀਆਂ ਚੱਲ ਰਹੀਆਂ, ਉਹ ਖਰਚੇ ਜਿਹੜੇ ਆ ਅਲਾਦਾ ਵਾ। ਔਰ ਐਤਕੀ ਫਿਰ ਇਹਨਾਂ ਨੇ ਕਿਹਾ ਕਿ ਲਿਟਰੇਚਰ ਜਿਹੜਾ ਪਬਲਿਸ਼ ਹੁੰਦਾ, ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਉਹਨਾਂ ਦੀਆਂ ਲੜਾਈਆਂ ਉਹਨਾਂ ਵੱਲੋਂ ਕੀਤੀਆਂ, ਜਿਸ ਤਰ੍ਹਾਂ ਦਸਮ ਪਾਤਸ਼ਾਹ ਦੀਆਂ ਬਹੁਤ ਯੁੱਧ ਹੋਏ ਉਹਨਾਂ ਦੇ, ਔਰ ਉਹਨਾਂ ਦੇ ਲਈ ਵਾਕਫੀਅਤ, ਉਹਨਾਂ ਦੇ ਲਈ ਜਾਣਕਾਰੀ ਲਈ ਪਬਲਿਸ਼ ਹੋਈਆਂ ਕਿਤਾਬਾਂ, ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ ਪਬਲਿਸ਼ ਹੋਣਗੀਆਂ, ਫ੍ਰੀ ਆਫ ਕਾਸਟ ਵੰਡੀਆਂ ਜਾਣਗੀਆਂ ਜਾਂ ਕੁਝ ਜੈਨੂਅਨ ਰੇਟ 'ਤੇ ਵੰਡੀਆਂ ਜਾਣਗੀਆਂ ਲੋਕਾਂ ਦੇ ਵਿੱਚ ਪ੍ਰਚਾਰ ਲਈ। ਇਹ ਵੀ ਗੱਲ ਬਹੁਤ ਅੱਛੀ ਹੈ। ਕਈ ਇਹਨਾਂ ਦੇ ਜਿਹੜੇ ਮਨਸੂਬੇ ਨੇ ਜਾਂ ਜਿਹੜੀ ਪਲਾਨਿੰਗ ਬਹੁਤ ਅੱਛੀਆਂ, ਔਰ ਬੜੀ ਧਾਰਮਿਕ ਸੰਸਥਾ, ਬੜੀ ਵੱਡੀ ਔਰ ਬੜੀ ਪਾਏਦਾਰ ਧਾਰਮਿਕ ਸੰਸਥਾ, ਔਰ ਇਹਨੂੰ ਲੋਕਾਂ ਨੇ ਬੜੀ ਸਰਾਹਿਆ ਹੈਗਾ ਵੀ ਲੋਕਾਂ ਦਾ ਇਹ ਹੈਗਾ ਮਸਲਾ ਕਿ ਕਿਉਂਕਿ ਲੋਕਾਂ ਦੇ ਲਈ ਕੰਮ ਕੀਤਾ, ਸਰਬੱਤ ਦੇ ਭਲੇ ਲਈ ਕੰਮ ਕੀਤਾ ਔਰ ਨੀਤੀ ਲਈ ਕੰਮ ਕੀਤਾ, ਕਿਉਂਕਿ ਐਜੂਕੇਸ਼ਨ ਇਹਨਾਂ ਦੇ ਕੋਲ ਹੈ, ਐਜੂਕੇਸ਼ਨ ਵੀ ਪ੍ਰੋਵਾਈਡ ਕਰ ਰਹੇ ਹੈ, ਸੋਸ਼ਲ ਜਿਹੜਾ ਲੋਕਾਂ ਦਾ ਸੁਧਾਰ, ਜਿਹੜਾ ਸਮਾਜ ਸੁਧਾਰ ਆ ਉਹ ਵੀ ਕਰ ਰਹੇ ਹੈ। ਨੀਡੀ ਜਿਹੜੀਆਂ ਬੱਚੀਆਂ ਨੇ, ਕੁੜੀਆਂ ਜਿਹੜੀਆਂ ਦਾ ਵਿਆਹ ਨਹੀਂ ਹੁੰਦਾ ਜਾਂ ਉਹਨਾਂ ਦਾ ਵਿਆਹ ਕਰਨ ਲਈ ਪੈਸਾ ਨਹੀਂ ਹੁੰਦਾ ਮਾਂ ਪਿਓ ਕੋਲ, ਉਹਦੇ ਲਈ ਪੈਸਾ ਦੇਣ ਦੇ, ਔਰ ਇਹ ਅੱਛੀ ਗੱਲ ਹੈ। ਸ਼੍ਰੋਮਣੀ ਕਮੇਟੀ ਲਈ ਇਹ ਬਹੁਤ ਵੱਡਾ ਜਿਹੜਾ ਉਹਨਾਂ ਨੇ ਕੰਮ ਕੀਤਾ, ਅਨਮੋਲ ਕੰਮ ਹੈਗਾ। ਔਰ ਇਹਦੇ ਵਿੱਚ ਸਾਰੇ ਸਾਡੇ ਦਰਸ਼ਕਾਂ ਨੂੰ ਪਤਾ ਹੈਗਾ ਔਰ ਉਹ ਪੜ੍ਹਦੇ ਵੀ ਹੋਣਗੇ, ਕਿਉਂਕਿ ਇਹ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਆਉਂਦਾ ਰਿਹਾ ਕਿ ਅੱਜ ਬਜਟ ਕਿੱਥੇ ਪਹੁੰਚ ਗਿਆ, ਕਿਸ ਸਟੇਜ 'ਤੇ ਹੈਗਾ, ਕਦੋਂ ਤੱਕ ਹੈਗਾ। ਪਾਰਲੀਮੈਂਟ ਨਵੀਂ ਦਿੱਲੀ ਜਿਹੜੀ ਆਪਣੀ, ਉਹਦਾ ਬਜਟ ਦਾ ਜੇ ਹੁਣੇ ਹੀ ਪੇਸ਼ ਹੋਇਆ, ਕਿਉਂਕਿ ਮਾਰਚ ਦੇ ਐਂਡ 'ਚ ਹੁੰਦਾ ਨਾ, ਮਾਰਚ ਦਾ ਐਂਡ ਇਹਨਾਂ ਨੇ ਕਰ ਦਿੱਤਾ। ਔਰ ਵਧੀਆ ਗੱਲ ਹੈਗੀ ਆ, ਕਿਉਂਕਿ ਜਿੱਥੇ ਜਿੱਥੇ ਲੋੜਵੰਦ ਨੇ ਲੋਕ, ਜਿੱਥੇ ਜਿੱਥੇ ਪੈਸੇ ਦੀ ਘਾਟ ਹੈਗੀ ਹੈ, ਜਿੱਥੇ ਜਿੱਥੇ ਲੋਕਾਂ ਨੂੰ ਚਾਹੀਦਾ ਪੈਸਾ, ਉੱਥੇ ਉੱਥੇ ਲੋਕਾਂ ਨੂੰ ਦੇਣਾ ਚਾਹੀਦਾ, ਤਾਂ ਕਿ ਲੋਕ ਆਲੋਚਨਾ ਨਾ ਕਰ ਸਕਣ ਕਿਸੇ ਪਾਸੇ, ਲੋਕ ਇਹਨਾਂ ਨੂੰ ਜਵਾਬ ਦੇਣਾ ਔਖਾ ਜੀ। ਬਿਲਕੁਲ ਸਹੀ ਗੱਲ ਹੈ। ਪੈਸੇ ਦੀ ਸਹੀ ਵਰਤੋਂ ਜ਼ਰੂਰੀ ਹੈ, ਕਿਉਂਕਿ ਸੰਗਤ ਦਾ ਪੈਸਾ ਹੈ ਤੇ ਜਿਸ ਸਰਦਾ ਨਾਲ ਚਲਾਇਆ ਗਿਆ ਹੈ ਉਸੇ ਸਰਦਾ ਨਾਲ ਹੀ ਉਹਨੂੰ ਖਰਚ ਕਰਨਾ ਚਾਹੀਦਾ ਹੈ। ਦਸਵੰਧ ਹੈ, ਸੰਗਤ ਦਾ ਪੈਸਾ ਹੀ ਹੈ, ਲੋਕਾਂ ਦੀ ਕਮਾਈ ਹੈ, ਜੋ ਕੁਛ ਆਈ ਹੈ, ਔਰ ਲੋਕਾਂ ਦੇ ਭਲੇ ਲਈ। ਬਜਟ ਮੋਸਟਲੀ ਖਰਚੇ ਵਾਸਤੇ ਹੁੰਦਾ, ਚਾਹੇ ਉਹ ਸੈਂਟਰ ਦਾ ਹੈ, ਚਾਹੇ ਉਹ ਸਟੇਟ ਦਾ ਹੈ, ਚਾਹੇ ਉਹ ਅਕਾਲ ਤਖਤ ਸਾਹਿਬ ਦਾ ਹੈ। ਬਜਟ ਦਾ ਮਤਲਬ ਖਰਚਾ ਉਹ ਖਰਚਾ ਕਿੱਥੇ ਕਰਨਾ ਚਾਹੀਦਾ ਹੈ, ਇਹ ਸੋਚੀ ਸਮਝੀ ਵਿਉਂਤਬੰਦੀ ਹੋਣੀ ਚਾਹੀਦੀ ਹੈ। ਸਹੀ ਗੱਲ। ਇਹ ਨਹੀਂ ਕਿ ਸੰਗਤ ਦਾ ਪੈਸਾ ਕਿਤੇ ਵੇਸਟ ਹੋਵੇ, ਕੱਲ ਨੂੰ ਕੋਈ ਨੁਕਤਾਚੀਨੀ ਹੋਵੇ। ਇਹ ਬੜਾ ਸਿਆਣਪ ਵਾਲਾ ਮਾਮਲਾ ਹੈ ਇੱਥੇ। ਸੋ ਆਪਾਂ ਅੱਗੇ ਚੱਲਦੇ ਹਾਂ। ਗੋਲੀकांड ਹੋਇਆ ਹੈ ਜਿਹੜਾ ਕੋਟਕਪੂਰਾ ਗੋਲੀकांड, ਉਹਦੇ ਵਿੱਚ ਕੁਝ ਇੱਕ ਪਰਸਨੈਲਿਟੀਜ਼ ਨੇ ਆਤਮ ਸਮਰਪਣ ਵੀ ਕੀਤਾ ਹੈ। ਉਹਦੇ ਵਿੱਚ ਉਮਰਾਨ ਅੰਗਲ ਨੇ, ਸਾਬਕਾ SSP ਚਰਨਜੀਤ ਸ਼ਰਮਾ ਆਤਮ ਸਮਰਪਣ ਕੀਤਾ ਹੈ। ਇਹ ਕੀ ਮਸਲਾ ਸਾਰਾ? ਇਹ ਮਸਲਾ ਬੜਾ ਲੰਬਾ ਹੈ, 15 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਆ। ਇਹ ਮਸਲਾ ਕਿਸੇ ਵੀ ਪਾਸੇ ਨਹੀਂ ਲੱਗਾ, ਕਿਉਂਕਿ ਬਾਦਲ ਸਰਕਾਰ ਦੇ ਟਾਈਮ 'ਤੇ ਹੋਇਆ ਸੀਗਾ। ਫਿਰ ਬਾਦਲ ਸਾਹਿਬ ਦੇ ਵੀ ਇਹਨਾਂ ਨੇ ਵਾਰੰਟ ਜਾਰੀ ਕੀਤੇ ਸੀ, ਜਿਨ੍ਹਾਂ ਵਿੱਚ ਇਹਨਾਂ ਨੇ ਜ਼ਮਾਨਤਾਂ ਲਈਆਂ। ਵੱਡੇ ਬਾਦਲ ਸਾਹਿਬ ਨੂੰ ਜ਼ਮਾਨਤਾਂ ਉਸ ਵੇਲੇ ਦੇ ਦਿੱਤੀ, ਕਿਉਂਕਿ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਔਰ ਉਹਨਾਂ ਕੋਲ ਆਉਣਾ ਔਰ ਸਤਿਕਾਰ ਦੇ ਤੌਰ 'ਤੇ, ਸੇਧ ਦੇ ਤੌਰ 'ਤੇ। ਔਰ ਸਤਿਕਾਰ ਵੀ ਕੀਤਾ ਵੱਡੇ ਕਰਕੇ। ਪੰਜਾਬ ਦੇ ਵੱਡੇ ਨੇਤਾ ਰਹੇ ਆ
ਪੰਜਾਬ ਦੇ ਲਈ ਬਹੁਤ ਕੰਮ ਕੀਤਾ। ਹਿੰਦੁਸਤਾਨ ਦੇ ਜਿੰਨੀਆਂ ਵੀ ਪੋਲੀਟੀਕਲ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਸਤਿਕਾਰ ਕਰਦੇ ਆ, ਹਰਿਆਣੇ ਵਾਲੇ ਵੀ ਔਰ ਹਿਮਾਚਲ ਵਾਲੇ ਵੀ ਔਰ ਹਿੰਦੁਸਤਾਨ ਦੇ ਪੂਰੇ, ਜਿੱਥੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹ ਵੀ ਇਹਨਾਂ ਦੇ ਪੈਰੀਂ ਹੱਥ ਲਾਉਂਦੇ ਆ। ਇਹਨਾਂ ਦਾ ਸਤਿਕਾਰ ਤਾਂ ਬਣਦਾ, ਤੇ ਕੋਰਟ ਨੇ ਵੀ ਉਹੀ ਕੰਮ ਕੀਤਾ। ਔਰ ਛੋਟੇ ਬਾਦਲ, ਸੁਖਬੀਰ ਬਾਦਲ ਜੀ ਦਾ ਇਹਨਾਂ ਨੇ ਪਹਿਲਾਂ ਤਾਂ ਕੈਂਸਲ ਕਰਤੀ ਸੀ, ਉਹਨਾਂ ਦੀ ਰੱਦ ਕਰਤੀ ਸੀ ਇਹਨਾਂ ਦੀ ਜ਼ਮਾਨਤ, ਪਰ ਉਹਨਾਂ ਨੇ ਹਾਈ ਕੋਰਟ ਤੋਂ ਉਹਨਾਂ ਨੂੰ ਮਿਲ ਗਈ ਹੈ। ਹੁਣ ਉਹ ਸਿਰਫ ਜਾਣਗੇ, ਕਦੀ ਕਦੀ ਪੇਸ਼ ਹੋਣਗੇ, ਨਹੀਂ ਤਾਂ ਵਕੀਲ ਉਹਨਾਂ ਦੇ ਇਹਦੇ 'ਤੇ ਸਾਰਾ ਪੈਰਵਾਈ ਕਰਨਗੇ। ਅਤੇ ਰਹੀ ਗੱਲ ਪਰਮਰਾਜ ਜਿਹੜੇ ਉਮਰਾ ਨੰਗਲ, ਇਹ IG ਸੀ ਉਸ ਟਾਈਮ 'ਤੇ, ਇਹਨਾਂ 'ਤੇ ਵੀ ਇਹ ਬਲੇਮ ਲੱਗਦਾ ਸੀ ਕਿ ਇਹਨਾਂ ਨੇ ਗੋਲੀ ਚਲਾਈ ਹੈ, ਇਹਨਾਂ ਨੇ ਲੋਕਾਂ ਨੂੰ ਫੱਟੜ ਕੀਤਾ, ਮਾਰਿਆ। ਔਰ ਚਰਨਜੀਤ ਸ਼ਰਮਾ ਉਹ ਸਾਬਕਾ ਨੇ SSP, ਉਹ ਵੀ ਰਿਟਾਇਰਡ ਨੇ, ਉਹਨਾਂ 'ਤੇ ਵੀ ਕੇਸ ਚੱਲਦਾ ਸੀ। ਉਹਨਾਂ ਨੇ ਸਮਰਪਣ ਕਰ ਦਿੱਤਾ, ਆਪ ਹੀ ਸਰੈਂਡਰ ਕਰਕੇ ਚਲੇ ਗਏ ਕੋਰਟ 'ਚ। ਹੁਣ ਪੁਲਿਸ ਦੇ ਹਵਾਲੇ ਹੋ ਗਏ। ਹੁਣ ਇਹਦੇ ਬਾਅਦ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਹੁਣ ਪੇਸ਼ ਹੋ ਕੇ ਆਪਣਾ ਸਾਰਾ ਕੁਝ ਕਰਨਗੇ। ਅਮਰ ਸਿੰਘ ਚਾਹਲ ਨੇ SSP, ਉਹਨਾਂ 'ਤੇ ਵੀ ਹੈ, ਉਹਨਾਂ ਨੇ ਉਹ ਜ਼ਮਾਨਤ ਰੱਦ ਹੋ ਗਈ ਸੀ, ਉਹਨਾਂ ਵੀ ਜ਼ਮਾਨਤ ਦੁਬਾਰਾ ਦਾਇਰ ਕੀਤੀ ਹੈ। ਔਰ ਇਹ ਮਾਮਲਾ ਅਜੇ ਜੁਡੀਸ਼ਰੀ ਕੋਲ ਹੀ ਹੈਗਾ। ਜੁਡੀਸ਼ਰੀ ਕੀ ਕਰ ਰਹੀ ਹੈ, ਔਰ ਉਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਡਿਸੀਜਨ ਲਿਆ, ਜੁਡੀਸ਼ਰੀ ਨੂੰ ਉਹਨਾਂ ਨੇ ਜਰਾ ਤੇਜ਼ ਕਰਤਾ, ਕਿਉਂਕਿ ਬਾਦਲ ਸਰਕਾਰ ਦੇ ਟਾਈਮ 'ਤੇ ਇਹ ਠੰਡੇ ਬੱਸੇ 'ਚ ਪੈ ਗਿਆ ਸੀਗਾ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਸੀਗਾ ਉਸ ਸਮੇਂ, ਕਿਉਂਕਿ ਉਹਨਾਂ ਦੇ ਇਸੇ ਮਸਲੇ ਦੇ ਵਿੱਚ ਹੀ ਲੋਕ ਸੜਕਾਂ 'ਤੇ ਪ੍ਰਦਰਸ਼ਨੀਆਂ ਕਰ ਰਹੇ ਸੀ, ਔਰ ਉਹਨਾਂ 'ਤੇ ਗੋਲੀ ਚਲਾਈ, ਸ਼ੂਟ ਕਰ ਦਿੱਤਾ। ਔਰ ਲੋਕਾਂ ਨੂੰ ਇਹ ਗੱਲ ਜਿਹੜੀ ਬੜੀ ਨਾਰਾਜ਼ਗੀ 'ਚ ਆ ਗਈ। ਉਹਨਾਂ ਨੇ ਕਿਹਾ ਤਾਂ ਕਿ ਗਲਤ ਕੰਮ ਕੀਤਾ, ਪ੍ਰਦਰਸ਼ਨੀ ਕਰ ਰਿਹਾ, ਤਾਂ ਉਹਨਾਂ ਦਾ ਰੋਸ ਹੈ, ਮੁਜ਼ਾਹਰਾ ਤਾਂ ਨਹੀਂ ਉਹਨਾਂ ਕੀਤਾ, ਕੋਈ ਪੋਲੀਟੀਕਲ ਸਿਆਸਤ ਨਹੀਂ ਉਹਦੇ 'ਚ ਹੈਗੀ। ਔਰ ਉਹ ਹੁਣ ਮਸਲਾ ਇਸ ਵੇਲੇ ਥੋੜ੍ਹਾ ਸਾਹਮਣੇ ਆ ਗਿਆ। ਹੁਣ ਦੇਖੋ ਜੁਡੀਸ਼ਰੀ ਦੇ ਜਦੋਂ ਕੋਲ ਆ ਜਾਂਦਾ ਵਾ, ਹੁਣ ਇਹਨਾਂ ਨੇ ਕਈ ਤਰ੍ਹਾਂ ਦੇ ਉੱਥੇ ਜੁਡੀਸ਼ਰੀ 'ਚ ਰਿਮਾਂਡ ਲੈਣੇ ਆ, ਕਿ ਜੁਡੀਸ਼ਰੀ ਰਿਮਾਂਡ ਵੀ ਹੋਣਗੇ, ਕਈ ਕੁਛ ਹੋਊਗਾ। ਔਰ ਫੜੇ ਗਏ ਅਫਸਰ, ਆਮ ਬੰਦਾ ਨਹੀਂ ਹੋਇਆ, ਜਿਨ੍ਹਾਂ ਦੇ ਹੁਕਮ ਹੋਏ ਉਦੋਂ। ਔਰ ਛੋਟੇ ਬਾਦਲ ਸੁਖਬੀਰ ਜੀ ਕਹਿੰਦੇ ਨੇ ਕਿ ਮੈਂ ਤਾਂ ਉਦੋਂ ਇੱਥੇ ਆਏ ਨਹੀਂ, ਕਹਿੰਦੇ ਮੈਂ ਤਾਂ ਗੜਗਾਵਾਂ 'ਚ ਬੈਠਾ ਸੀ ਉਦੋਂ, ਮੈਂ ਤਾਂ ਉੱਥੇ ਕਿਸੇ ਨੂੰ ਮਿਲਣ ਗਿਆ ਸੀ ਜਾਂ ਵਿਆਹ ਸ਼ਾਦੀ ਸੀ, ਕੁਛ ਸੀਗਾ। ਉਦੋਂ ਇਹ ਗ੍ਰਹਿ ਮੰਤਰੀ ਸੀ ਅਤੇ ਨਾਲ ਹੀ ਇਹ ਉਪ ਮੁੱਖ ਮੰਤਰੀ ਸੀਗੇ ਪੰਜਾਬ ਦੇ। ਬਿਲਕੁਲ, ਵੱਡੇ ਬਾਦਲ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸੀਗੇ, ਉਹ ਜ਼ਮਾਨੇ ਦੀ ਗੱਲ ਇਹ ਹੈ। ਇਹ ਸਾਰਾ ਮਾਮਲਾ ਤਹਿਕੀਕਾਤ ਦਾ ਹੈ, ਠੀਕ ਹੈ ਨਾ। ਉਸ ਵਕਤ ਜੋ ਬੰਦੇ ਪੋਜੀਸ਼ਨ 'ਚ ਸੀਗੇ, ਉਸ ਵਕਤ ਜੋ ਬੰਦੇ ਹਾਈ ਪੋਸਟ 'ਤੇ ਸੀਗੇ, ਜਿਹਨਾਂ ਕੋਲ ਪਾਵਰ ਸੀ ਸਭ ਕੁਝ ਕਰਨ ਦੀ, ਉਹਨਾਂ ਵਿੱਚੋਂ ਹੀ ਕੋਈ ਹੋ ਸਕਦਾ ਹੈ। ਜੇ ਤਹਿਕੀਕਾਤ ਵਿੱਚੋਂ ਨਿਕਲਦਾ ਹੈ ਕਿ ਉਹਨਾਂ ਵਿੱਚੋਂ ਕੋਈ ਹੋ ਸਕਦਾ ਹੈ, ਤਾਂ ਫਿਰ ਸਜ਼ਾ ਕੀ ਹੋਏਗੀ? ਕਿਉਂਕਿ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਜ਼ਾ ਹੋ ਸਕਦੀ ਹੈ। ਇੱਕ ਤਾਂ ਕਨਸਟੀਟਿਊਸ਼ਨ, ਇੱਕ ਐਡਮਿਨਿਸਟ੍ਰੇਸ਼ਨ, ਸਭ ਤੋਂ ਵੱਧ ਲੋਕਾਂ ਦੀਆਂ ਭਾਵਨਾਵਾਂ, ਬੜੇ ਜਜ਼ਬਾਤ ਜੁੜੇ, ਹਿਊਮਨ ਰਾਈਟਸ, ਬਹੁਤ ਵੱਡੀ ਇਹ ਜਲਿਆਂਵਾਲਾ ਬਾਗ ਬਣਾ ਕੇ ਰੱਖ ਦਿੱਤਾ ਆਜ਼ਾਦੀ ਤੋਂ ਬਾਅਦ। ਸਹੀ ਗੱਲ। ਇਸ ਕਰਕੇ ਇਹ ਬੜਾ ਭਖਦਾ ਹੋਇਆ ਮਸਲਾ। ਪਤਾ ਕਿ ਹੁਣ ਇਹ ਉਦੋਂ ਤਾਂ ਇਹਦੇ 'ਤੇ ਥੋੜ੍ਹਾ ਜਿਹਾ ਇਹਨਾਂ ਨੇ ਲਿਪਾਪੋਚੀ ਕਰਤੀ, ਇਹਨੂੰ ਕਿਸੇ ਪਾਸੇ ਨਹੀਂ ਲੱਗਣ ਦਿੱਤਾ, ਕਿਉਂਕਿ ਸਰਕਾਰ ਉਹਨਾਂ ਦੀ ਸੀਗੀ, ਬਾਦਲ ਸਰਕਾਰ ਸੀਗੀ। ਹੁਣ ਜੇ ਆਪ ਸਰਕਾਰ ਆ ਗਈ ਹੈ, ਤਾਂ ਇਹਨਾਂ ਨੂੰ ਚਾਹੀਦਾ ਕਿ ਇਹਦੀ ਪੈਰਵਾਈ ਕਰਕੇ ਲੋਕਾਂ ਨੂੰ ਘੱਟੋ ਘੱਟ ਨਿਆਂ ਤਾਂ ਦੇਣ ਕਿ ਆਹ ਜੇ ਹੈਗਾ, ਆਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਾ ਤਾਰ ਕੇ ਰੱਖ ਦਿੱਤਾ, ਤਾਂ ਦੇਖ ਲਓ ਹੁਣ ਤੁਹਾਡਾ ਕੋਈ ਕਿੱਸਾ ਗਲਤ ਨਹੀਂ ਇਹਦੇ 'ਤੇ। ਲੋਕਾਂ ਦੇ ਵਿਚਾਰ ਲੈਣ, ਹੈ ਨਾ, ਫੇਸਬੁੱਕ 'ਤੇ ਪਤਾ ਕਰਨ ਕਿ ਲੋਕ ਕੀ ਚਾਹ ਰਹੇ ਸੀ, ਅਤੇ ਕਿੱਥੋਂ ਤੱਕ ਸਜ਼ਾ ਹੋਣੀ ਚਾਹੀਦੀ ਹੈ। ਜੁਡੀਸ਼ਰੀ ਨੂੰ ਕਹਿਣਾ ਚਾਹੀਦਾ। ਜੁਡੀਸ਼ਰੀ ਦੇ ਉਦੋਂ ਜੱਜ ਤਾਂ ਕਹਿੰਦੇ ਨੇ ਕਿ ਜਿਹੜਾ ਡਿਸੀਜਨ ਅਸੀਂ ਲੈਣਾ ਚਾਹੁੰਦੇ ਹਾਂ, ਉਹ ਪਹਿਲਾਂ ਲੋਕਾਂ ਨੇ ਕਨਕਲੂਡ ਕੀਤਾ ਹੁੰਦਾ, ਉਹਦਾ ਸਿੱਟਾ ਪਹਿਲਾਂ ਕੱਢਿਆ ਹੁੰਦਾ ਤਾਂ ਫੇਸਬੁੱਕ 'ਤੇ। ਪਰ ਆਹ ਜਿਹੜੇ ਜਜ਼ਬਾਤ ਨੇ, ਇਹ ਧਾਰਮਿਕ ਸਾਂਝ ਹੈ ਲੋਕਾਂ ਦੀ। ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸਭ ਤੋਂ ਵੱਡਾ ਸਤਿਕਾਰਤ ਹਸਤੀ ਆ, ਉਹਦੇ ਲਈ ਜੋ ਕੁਛ ਲੋਕਾਂ ਦੀ ਵਿਚਾਰ ਨੇ ਲੈਣੇ ਚਾਹੀਦੇ, ਔਰ ਜੋ ਡਿਸੀਜਨ ਦੇਣਾ ਚਾਹੀਦਾ, ਕਿਉਂਕਿ ਬੰਦੇ ਤਾਂ ਗਏ ਫੜੇ, ਹੁਣ ਬੰਦੇ ਤਾਂ ਆ ਗਏ ਇਹਨਾਂ ਦੇ ਹੱਥ 'ਚ। ਹੁਣ ਦੇਖੋ ਅੱਗੇ ਕੀ ਹੁੰਦਾ, ਕਿ ਅੱਗੇ ਜੇ ਹੁਣ ਇਹ ਕਹਿਣਗੇ ਕਿ ਬੜੀ ਵੱਡੀ ਪਰਸਨੈਲਿਟੀ ਆ, ਵੱਡੇ ਨੇ ਇਹਨਾਂ ਦਾ, ਇਹ ਵੱਡੀ ਹਸਤੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤਾਂ ਕੋਈ ਨਹੀਂ ਨਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਅਸੀਂ ਦੇਖਦੇ ਹਾਂ, ਕਰਦੇ ਹਾਂ, ਜਾਂ ਹੁਕਮਨਾਮਾ ਪੜ੍ਹਦੇ ਹਾਂ, ਅਮਲ ਕਰਦੇ ਹਾਂ, ਉਹ ਅਮਲ 'ਤੇ ਹੀ ਇਹਨਾਂ ਨੂੰ ਸਾਰੀ ਪੈਰਵਾਈ ਕਰਨੀ ਚਾਹੀਦੀ ਹੈ। ਕਿ ਗੁਰੂ ਸਾਹਿਬ ਨੇ ਸਰਬੱਤ ਦਾ ਭਲਾ ਮੰਗਿਆ, ਅਤੇ ਜਿਹੜੇ ਲੋਕ ਤੁਰ ਗਏ ਨੇ ਇਸ ਜਹਾਨ ਤੋਂ, ਜਿਨ੍ਹਾਂ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ, ਉਹਨਾਂ ਨੂੰ ਤਾਂ ਕੁਛ ਨਾ ਕੁਛ ਸਜ਼ਾ ਇਸ ਤਰ੍ਹਾਂ ਦੀ ਹੋਵੇ, ਤਾਂ ਕਿ ਅੱਗੇ ਤੋਂ ਇਹ ਲੈਸਨ ਜਿਹੜਾ ਇਹਨਾਂ ਨੂੰ ਮਿਲ ਜੇ, ਅੱਗੇ ਤੋਂ ਇਹ ਅਜਿਹਾ ਕੋਈ ਸਟੈਪ ਨਾ ਲੈਣ। ਬਿਲਕੁਲ ਜੀ, ਜਿਨ੍ਹਾਂ ਨੇ ਵੀ ਹਰਕਤ ਕੀਤੀ ਹੈ, ਸ਼ਰਮ ਵਾਲੀ ਗੱਲ ਹੈ, ਉਹਨਾਂ ਨੂੰ ਖੁਦ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਕੀ ਕਰਮ ਕਰਕੇ ਦਿਖਾ ਦਿੱਤਾ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਰਾਹੁਲ ਗਾਂਧੀ ਡਿਸਕੁਆਲੀਫਾਈ ਹੋ ਗਏ, 2 ਸਾਲ ਦੀ ਸਜ਼ਾ, 6 ਸਾਲ ਦਾ ਬੈਨ ਹੋ ਸਕਦਾ ਜੇ ਇਹ ਸਾਰਾ ਕੁਝ ਇੱਦਾਂ ਹੀ ਵਾਪਰਦਾ ਜਿੱਦਾਂ ਕਾਨੂੰਨ ਦੇ ਮੁਤਾਬਿਕ ਜਾਂ ਰੂਲਸ ਦੇ ਮੁਤਾਬਿਕ ਬਣਦਾ ਹੈ। ਪਰ ਰਾਹੁਲ ਗਾਂਧੀ ਹੁਣ ਅੱਗੇ ਕਾਨੂੰਨ ਦਾ ਸਹਾਰਾ ਲੈਣਗੇ, ਕੋਰਟਸ ਵਿੱਚ ਜਾਣਗੇ, ਕਾਂਗਰਸ ਜਾਏਗੀ, ਅੱਗੇ ਅਪੀਲ ਹੋਏਗੀ, ਸਭ ਕੁਝ ਨਵੇਂ ਦਿਮਾਗ, ਨਵੀਆਂ ਗੱਲਾਂ ਕਰਕੇ ਨੈਚੁਰਲੀ ਪੂਰੀ ਕੋਸ਼ਿਸ਼ ਕਰਨਗੇ ਬਚਾਉਣ ਦੀ। ਇਹ ਤਾਂ ਹੋਣਾ ਹੀ ਹੈ, ਸਭ ਨੇ ਮਿਲ ਕੇ ਰਲ ਕੇ ਉਹਨਾਂ ਨੇ ਕੋਸ਼ਿਸ਼ ਕਰਨੀ ਹੋਈ ਹੈ। ਹੁਣ ਇੱਕ ਨਵਾਂ ਮਾਮਲਾ ਆ ਰਿਹਾ ਕਿ ਕਿਉਂਕਿ ਹੁਣ MP ਨਹੀਂ ਰਹੇ,
ਮੈਂਬਰਸ਼ਿਪ ਕੈਂਸਲ ਹੋ ਗਈ ਘਰ ਹੈ ਖਾਲੀ ਕਰ ਦਿਓ। ਤੇ ਜਿਹੜਾ ਬੰਗਲਾ ਹੈ ਖਾਲੀ ਕਰ ਦਿੱਤਾ ਜਾਵੇ। ਹਾਂ ਤੇ ਕਹਿੰਦੇ ਉਹ ਵੀ ਨੋਟਿਸ ਹੋ ਸਕਦਾ ਹੈ। ਤੇ ਰਾਹੁਲ ਗਾਂਧੀ ਕਹਿੰਦਾ ਨੋਟਿਸ ਭੇਜੋ, ਮੈਂ ਦੇਖਦਾ, ਮੈਂ ਕਾਨੂੰਨ ਦੇ ਮੁਤਾਬਿਕ ਚੱਲਾਂਗਾ, ਕਾਨੂੰਨ ਦਾ ਸਹਾਰਾ ਲਵਾਂਗਾ, ਡਰਾਂਗਾ ਨਹੀਂ। ਵੈਸੇ ਇਹ ਮਾਮਲਾ ਜਿਹੜਾ ਹੈਗਾ ਇਹ ਲੋਕਾਂ ਦੀ ਨਜ਼ਰ 'ਚ ਖਾਸ ਤੌਰ 'ਤੇ ਹੈਗਾ ਕਿਉਂਕਿ ਇਹ ਇਨਸੀਡੈਂਟ ਵਾਪਰਨ ਲੱਗਿਆ 3-4 ਇਹ ਗੱਲਾਂ ਹੋ ਗਈਆਂ। ਇੱਕ ਤਾਂ ਉਹਨਾਂ 'ਤੇ ਇਹ ਚੱਲ ਗਿਆ ਕਿ ਜਦੋਂ ਉਹਨਾਂ ਨੂੰ ਉਪਨਾਮ 'ਤੇ ਸਜ਼ਾ ਦੇ ਦਿੱਤੀ 2 ਸਾਲ ਦੀ, ਉਹਦੇ ਲਈ ਕੋਰਟ ਤੋਂ ਬਾਅਦ ਦੂਜੀ ਕੋਰਟ ਚਲੇ ਗਏ ਉਹ। ਤੀਜੀ ਗੱਲ ਇਹਨਾਂ ਨੂੰ ਹੋ ਗਿਆ ਕਿ ਰੈਜ਼ੀਡੈਂਸ ਜਿਹੜਾ ਇਹਨਾਂ ਨੂੰ MP ਤੋਂ ਕਰਕੇ ਇਹਨਾਂ ਨੂੰ ਬਰਖਾਸਤ ਕਰਕੇ ਤੇ ਉਹਨੂੰ ਉਦੋਂ ਬਾਅਦ ਕਹਿਤਾ ਕਿ ਤੂੰ ਹੁਣ MP ਨਹੀਂ ਹੈਗਾ, ਤੈਨੂੰ ਆਪਣਾ ਜਿਹੜੀ ਜਗ੍ਹਾ ਹੈਗੀ ਹੈ ਸਰਕਾਰ ਦੀ ਖਾਲੀ ਕਰ ਦਿਓ ਔਰ ਕੁਆਟਰ ਖਾਲੀ ਕਰਕੇ ਵਿਹਲਾ ਕਰ ਦਿਓ। ਇਹਦੇ 'ਤੇ ਮੰਨ ਗਏ ਉਹਨਾਂ ਨੇ ਕਹਿਤਾ ਕਿ ਮੈਂ ਕਾਨੂੰਨ ਦੀ ਫਿਰ ਵੀ ਇੱਜ਼ਤ ਕਰਦਾ, ਸਾਰਾ ਕੁਝ ਕਰੂੰਗਾ, ਉਹਦੇ ਅਕੋਰਡਿੰਗ ਮੈਂ ਕਾਨੂੰਨ ਦਾ ਸਲਾਹ ਮਸ਼ਵਰਾ ਲੈ ਕੇ ਖਾਲੀ ਕਰ ਰਿਹਾ। ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਤੀਸਰਾ ਕੰਮ ਇਹ ਹੋ ਗਿਆ ਕਿ ਜਿਹੜੇ ਇਹਨਾਂ ਦੀਆਂ ਨਾਲ ਦੀਆਂ ਜਿਹੜੇ ਗੱਠਜੋੜ ਨੇ, ਵਿਰੋਧੀ ਪਾਰਟੀਆਂ ਦਾ ਗੱਠਜੋੜ ਆ, ਉਹਨਾਂ ਸਾਰਿਆਂ ਇਹਨਾਂ ਦੀ ਹਮਾਇਤ ਕੀਤੀ ਹੈ। ਔਰ ਖੜਗੇ ਸਾਹਿਬ ਜਿਹੜੇ ਇਹਨਾਂ ਦੇ ਪ੍ਰਧਾਨ, ਇਹਨਾਂ ਨੇ ਕਿਹਾ ਹੈਗਾ ਕਿ ਜੇ ਹੁਣ ਇਹਨਾਂ ਨੇ ਕਿਹਾ ਕਿ ਮਾफ़ੀ ਮੰਗੋ ਉਹਦੇ 'ਤੇ, ਜਦੋਂ ਇਹ ਇੰਗਲੈਂਡ ਤੋਂ ਆਏ ਆ, ਜੇ ਮਾफ़ੀ ਮੰਗੋ ਪਾਰਲੀਮੈਂਟ 'ਚ ਫਿਰ ਤੁਸੀਂ ਬੋਲ ਸਕਦੇ ਜੀ। ਇਹ ਮਸਲਾ ਵੀ ਬੜਾ ਸਰਗਰਮ ਰਿਹਾ, ਇਸ ਕਰਕੇ ਰਿਹਾ ਕਹਿੰਦੇ ਵੀ ਤੁਸੀਂ ਬੋਲ ਤਾਂ ਇੰਨੀ ਦੇਰ ਨਹੀਂ ਸਕਦੇ, ਜਿੰਨੀ ਪਹਿਲਾਂ ਮਾफ़ੀ ਮੰਗੋ ਫਿਰ ਇਹਦੇ ਬਾਰੇ ਬੋਲੋ। ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਖਿਲਵਾੜ ਕਰ ਦਿੱਤਾ ਇਹਨਾਂ ਨੇ, ਲੋਕਤੰਤਰ ਨੂੰ ਮੰਨਿਆ ਨਹੀਂ ਇਹਨਾਂ ਨੇ। ਜਿਹੜੀ ਸਾਡੀ ਇੱਕ ਇਸ ਤਰ੍ਹਾਂ ਦੀ ਪ੍ਰਣਾਲੀ ਆ ਜਿਹੜੀ ਪੂਰੇ ਵਰਲਡ 'ਚ ਪਹਿਲਾ ਡੈਮੋਕ੍ਰੇਸੀ ਹੈ, ਜਿਹੜੀ ਸਭ ਤੋਂ ਅੱਗੇ ਹੈ, ਜਿਹਦਾ ਲਿਖਤੀ ਸੰਵਿਧਾਨ ਆ। ਔਰ ਜਿਸ ਦੇਸ਼ 'ਚ ਆਂਦੇ ਤੁਸੀਂ ਗਏ ਜੋ ਉੱਥੇ ਸੰਵਿਧਾਨ ਹੈ ਹੀ ਨਹੀਂ। ਇਹਨਾਂ ਨੇ BJP ਦੇ ਨੇਤਾ ਨੇ ਕਿਹਾ, ਕਹਿੰਦੇ ਇਸ ਦੇਸ਼ ਦੀ ਤੁਸੀਂ ਗੱਲ ਕਰ ਰਹੇ ਜੇ ਇੰਗਲੈਂਡ ਕੋਈ ਸੰਵਿਧਾਨ ਹੀ ਹੈ ਨਹੀਂ, ਉਹ ਸਾਡੀ ਨਾਲ ਰੀਸ ਕੀ ਕਰਨਗੇ। ਪਰ ਉਹ ਜਿੱਦਾਂ ਦਾ ਸੰਵਿਧਾਨ ਨਹੀਂ, ਉਹਨਾਂ ਨੇ ਸਾਡੇ ਤੇ 300 ਸਾਲ ਰਾਜ ਕੀਤਾ। ਐਕਚੁਅਲੀ ਉਹਨਾਂ ਦੀ ਗਰੋਥ ਉੱਦਾਂ ਦੀ ਹੈ, ਉਹਨਾਂ ਨੂੰ ਸ਼ੁਰੂ ਤੋਂ ਸੰਸਕਾਰ ਦਿੱਤੇ ਜਾਂਦੇ ਨੇ ਔਰ ਸਾਡੇ ਕੋਲ ਸਾਰੇ ਸੰਸਕਾਰ ਮੌਜੂਦ ਨੇ, ਤਾਂ ਨਹੀਂ ਮੰਨਦੇ। ਸੰਵਿਧਾਨ ਹੈ ਤਾਂ ਆਪਣੀ ਕਰਦੇ ਆ ਔਰ ਕਈ ਥਾਵਾਂ ਦੇ ਉੱਤੇ ਸੰਵਿਧਾਨ ਨੂੰ ਤੋੜ ਮਰੋੜ ਕੇ ਕੰਪਰੋਮਾਈਜ਼ ਕਰ ਦਿੰਦੇ ਆ, ਆਪਣੇ ਮੁਤਾਬਿਕ ਇਸਤੇਮਾਲ ਕਰ ਲੈਂਦੇ ਆ। ਨਵੀਆਂ ਗੱਲਾਂ ਜਿਹੜੀਆਂ ਕਦੀ ਸੁਣੀਆਂ ਨਹੀਂ ਹੁੰਦੀਆਂ, ਉਹ ਗੱਲਾਂ ਚਲਾਕੀਆਂ ਨਾਲ ਅਸੀਂ ਆਪਣੇ ਕੰਮ ਕਰ ਲੈਂਦੇ ਆ, ਕਵਰ ਅਪ ਕਰ ਲੈਂਦੇ ਆ। ਸੋ ਇੰਗਲੈਂਡ ਦੀ ਗੱਲ ਕਰਦੇ ਹੋ, ਉਹ ਵੀ ਬਹੁਤ ਪੁਰਾਣੀ ਸੱਭਿਅਤਾ, ਸਾਡੀ ਬਹੁਤ ਪੁਰਾਣੀ ਸੱਭਿਅਤਾ ਹੈ। ਔਰ ਉਹ ਜਿਹੜੇ ਰੂਲਸ ਨੇ ਨਾ, ਉਹਨਾਂ ਦੇ ਅੰਦਰ ਵਸੇ ਹੋਏ ਨੇ, ਉਸ ਡਿਸਪਲਿਨ 'ਚ ਰਹਿੰਦੇ ਨੇ, ਅਨੁਸ਼ਾਸਨ 'ਚ ਰਹਿੰਦੇ ਨੇ। ਅਸੀਂ ਅਨੁਸ਼ਾਸਨ ਤੋਂ ਬਾਹਰ ਚੱਲਦੇ ਹਾਂ ਔਰ ਜਿਹੜੇ ਲੋਕ ਸਾਡੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿੰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਕਹਿੰਦੇ ਨੇ ਯਾਰ ਇਹ ਤਾਂ ਬੇਵਕੂਫ ਹੈ, ਇੱਥੋਂ ਸੜਕ ਪਾਰ ਕਰਕੇ ਦਿਖਾਓ, ਤੁਸੀਂ ਖੜੇ ਹੋ ਨਾ ਲਾਲ ਬੱਤੀ ਦੇ, ਤੂੰ ਬੇਵਕੂਫ ਹੈ, ਲਾਲ ਬੱਤੀ ਤੇ ਖੜਾ ਹੈ, ਨਿਕਲ ਕੇ ਜਾ ਯਾਰ, ਇਹੀ ਤਾਂ ਹੀਰੋਇਜ਼ਮ ਹੈ, ਇਹੀ ਤਾਂ ਬਹਾਦਰੀ ਹੈ, ਲਾਲ ਬੱਤੀ ਸਿਗਨਲ ਤੋੜ ਕੇ ਨਿਕਲਣਾ, ਇਹ ਤਾਂ ਸੋਚ ਹੈ ਸਾਡੀ। ਸੋ ਕਈ ਵਾਰ ਮਜ਼ਾਕ ਕਰਦੇ ਨੇ ਕਿ ਇੱਕ ਬਾਹਰ ਦੇ ਕੰਟਰੀ ਦੇ ਵਿੱਚ ਇੱਕ ਚੋਰ ਚੋਰੀ ਕਰਕੇ ਭੱਜਦਾ ਪਿਆ, ਕਾਰ ਦੇ ਵਿੱਚ ਪਿੱਛੇ ਪੁਲਿਸ ਲੱਗੀ ਹੋਈ ਹੈ, ਉੱਤੇ ਰੈੱਡ ਲਾਈਟ ਹੋ ਗਈ ਤੇ ਖੜਾ ਸਿਗਨਲ ਦੇ ਉੱਤੇ ਵੇਟ ਕਰਦਾ ਪਿਆ, ਬਾਹਰ ਦੀ ਕੰਟਰੀ ਦੇ ਵਿੱਚ, ਕਿਉਂਕਿ ਰੂਲ ਨਹੀਂ ਨਾ ਤੋੜਨਾ ਲਾਈਟਸ ਦਾ, ਸੜਕ ਦਾ। ਤੇ ਉਹ ਲਾਲ ਬੱਤੀ ਉੱਤੇ ਖੜਾ ਹੋਇਆ ਤੇ ਪਿੱਛੇ ਪੁਲਿਸ ਆ ਗਈ ਹੈ, ਪਰ ਉਹ ਖੜਾ ਉੱਥੇ। ਪਰ ਇਹ ਦੇਖ ਲਓ, ਇਹ ਇੱਕ ਮਜ਼ਾਕ ਬਣਾਇਆ ਉਹਨਾਂ ਨੇ, ਬਟ ਇੱਥੇ ਅਸੀਂ ਰੂਲਸ ਨਹੀਂ ਮੰਨਦੇ। ਅਸਲ 'ਚ ਜਿੰਨੇ ਵੀ ਆ BJP ਨੇ ਜਦੋਂ ਇਹਦਾ ਸਾਰਾ ਕੀਤਾ ਕ੍ਰਿਟਿਸਾਈਜ਼ ਬਾਹਰੋਂ ਆਉਣ ਦਾ ਕਿ ਇੰਗਲੈਂਡ ਤੋਂ ਆਇਆ, ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇੰਗਲੈਂਡ 'ਚ ਇਸ ਵੇਲੇ ਕੋਈ ਅੰਗਰੇਜ਼ ਨਹੀਂ ਗਾ ਉੱਥੇ ਪ੍ਰਧਾਨ ਮੰਤਰੀ। ਜਿਹੜਾ ਵੀ ਪ੍ਰਧਾਨ ਮੰਤਰੀ ਆ ਰਿਸ਼ੀ ਸੁਨੀਲ, ਸਾਡੇ ਰਿਸ਼ੀ ਜੀ ਹੈ ਨਾ, ਉਹ ਸਾਡੇ ਹਿੰਦੁਸਤਾਨ ਦੇ ਹੀ ਪੈਦਾਇਸ਼ ਨੇ, ਸਾਡੇ ਹਿੰਦੁਸਤਾਨ ਤੋਂ ਜੰਮ ਪਲ ਕੇ ਉੱਥੇ ਰਾਜ ਕਰ ਰਹੇ ਨੇ। ਤੇ ਹੁਣ ਇਹਨਾਂ ਨੇ ਇਹ ਕਹਿਤਾ ਕਿ ਜਿਹੜਾ ਉਹ ਉੱਥੇ ਇੰਟਰਵਿਊ ਕੀਤੀ ਆ, ਉਹ ਤੋਂ ਬਾਅਦ ਇਹਨਾਂ ਨੇ ਉੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ, ਇੱਥੇ ਆ ਕੇ ਫਿਰ ਇਹ ਉਹੀ ਗੱਲਾਂ ਕਰ ਰਹੇ ਆ। ਉਹ ਤੇ ਮਸਲਾ ਅਜੇ ਥੋੜ੍ਹਾ ਜਿਹਾ ਠੰਡਾ ਨਹੀਂ ਹੋਇਆ, ਮੱਧਮ ਨਹੀਂ ਹੋਇਆ, ਤੇ ਦੂਜਾ ਮਸਲਾ ਆ ਗਿਆ ਨਾ ਤੇ ਉਪਨਾਮ ਵਾਲਾ। ਔਰ ਉਪਨਾਮ ਤੋਂ ਬਾਅਦ ਉਹਨਾਂ 'ਤੇ 2 ਸਾਲ ਦੀ ਸਜ਼ਾ ਦਾਇਰ ਕਰਤੀ ਹੈ। 2 ਸਾਲ ਦੀ ਸਜ਼ਾ ਤੋਂ ਬਾਅਦ ਤੀਜਾ ਇਹਨਾਂ ਨੇ ਕਿਹਾ ਵੀ ਖਾਲੀ ਕਰ ਦਿਓ ਆਪਣਾ ਸਾਰਾ ਘਰ, ਨਹੀਂ ਤਾਂ ਤੁਸੀਂ ਜਦੋਂ MP ਨਹੀਂ ਰਹੇ। ਇਹ ਵੀ ਇੱਕ ਦੇਖੋ ਕੈਸੀ ਬਣਾ ਰਹੇ ਆ ਵਿਉਂਤ ਵੀ ਇਹਨੂੰ ਉੱਥੋਂ ਕੱਢਾਂਗੇ, ਪਹਿਲਾਂ MP ਦਾ ਇਹਦੀ ਕੈਂਸਲ ਕਰੋ, ਉਹ ਕਰਕੇ ਫਿਰ ਇਹਨੂੰ ਉੱਥੋਂ ਕੱਢੋ, ਖਾਲੀ ਕਰੋ ਤੇ ਕਾਹੇ ਜੋਗਾ ਨਾ ਰਹੇ। ਔਰ ਇਹ ਪੋਲੀਟੀਕਲ ਰਿਵੈਂਜ ਨੇ, ਰਾਜਨੀਤਿਕ ਤੌਰ 'ਤੇ ਬਦਲੇ ਨੇ। ਔਰ ਹੋ ਸਕਦਾ ਕੱਲ੍ਹ ਨੂੰ ਇਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੇ, ਫਿਰ ਕਿੱਧਰ ਨੂੰ ਭੱਜਣਾ ਸਾਰਿਆਂ ਨੇ, ਫਿਰ ਇੱਕ ਦੂਜੇ ਦਾ ਬਦਲਾ ਲੈਂਦੇ ਰਹਿਣਗੇ। ਉਸ 'ਚ ਵਿਕਾਸ ਦੀਆਂ ਜਿਹੜੀਆਂ ਸਕੀਮਾਂ ਨੇ, ਲੋਕਾਂ ਦਾ ਭਲਾ ਕਰਨਾ ਹੈਗਾ ਜਾਂ ਲੋਕਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਹੈਗਾ, ਉੱਚੇ ਅਹੁਦਿਆਂ 'ਤੇ ਪਹੁੰਚਾਉਣਾ ਹੈਗਾ, ਬਾਹਰਲੇ ਦੇਸ਼ਾਂ ਦੇ ਨਾਲ ਜਿਹੜੀ ਇਹਨਾਂ ਦੀ ਗੁੱਟਬੰਦੀ ਆ, ਜਿਹੜੇ ਉਹਨਾਂ ਦਾ ਪਿਆਰ ਮੁਹੱਬਤ ਆ, ਜਿਹੜੇ ਉਹਨਾਂ ਦੀ ਮੀਟਿੰਗਾਂ, ਉਹ ਵੀ ਭੁੱਲ ਜਾਣਗੇ ਅਤੇ ਸਿਰਫ ਚੱਲਦੇ ਆ ਇੱਕ ਦੂਜੇ ਦੇ ਉਹਨੂੰ ਕਿੱਦਾਂ ਨੀਵਾਂ ਦਿਖਾਉਣਾ। ਇਹ ਸਾਰੀ ਸਿਆਸਤ ਹਿੰਦੁਸਤਾਨ 'ਚ ਹੀ ਹੈ ਔਰ ਕਿਸੇ ਦੇਸ਼ 'ਚ ਨਹੀਂ ਤੁਹਾਨੂੰ ਲੱਭੂਗੀ। ਪੋਲੀਟੀਕਲ ਪਾਰਟੀਆਂ ਹੈਗੀਆਂ ਸਾਰੇ ਦੇਸ਼ਾਂ 'ਚ, ਉਹਦੀ ਆਪੋਜੀਸ਼ਨ ਹੈਗੀਆਂ, ਇੱਕ 2 ਤਾਂ ਹੈਗੇ ਹੀ ਆ। ਸਾਡੇ ਮਲਟੀ ਪਾਰਟੀ ਹੈਗੇ, ਪਰ ਇਹ ਤਾਂ ਨੈਸ਼ਨਲ ਪਾਰਟੀ ਕਾਂਗਰਸ, ਜਿਹਦਾ ਇਹ ਪਹਿਲਾਂ ਸਾਬਕਾ ਪ੍ਰਧਾਨ ਹੈ ਰਾਹੁਲ ਗਾਂਧੀ, ਔਰ ਇਹਦੇ
ਇਹਦੇ ਸਾਰਾ ਪਰਿਵਾਰ ਤੇ ਰਹੇ ਹੀ ਆ, ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੇ ਹੈ ਨਾ ਸੋਨੀਆ ਗਾਂਧੀ ਦੇ ਬੇਟੇ ਨੇ। ਪਰ ਇਹਦੇ ਵਿੱਚ ਇਹ ਸਾਰਾ ਕੁਛ ਹੀ ਜਿਹੜਾ ਰਿਵੈਂਜਫੁਲੀ ਚੱਲਣ ਵਾਲਾ ਮਸਲਾ ਹੈਗਾ, ਔਰ ਉਹਦੇ 'ਚ ਹੁਣ ਇਹਨਾਂ ਨੇ ਗੱਠਜੋੜ ਵੱਡਾ ਬਣਾ ਲਿਆ। ਉਹਦਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਪ੍ਰੋਬਲਮ ਆ ਗਈ ਕਿ ਇਲੈਕਸ਼ਨ ਤਾਂ ਗਈ ਆ, ਹੁਣ ਇਲੈਕਸ਼ਨ ਤੋਂ ਸਿਰ 'ਤੇ, ਉਹਦਾ ਕਰਕੇ ਇਹਨਾਂ ਨੇ ਕਿਹਾ ਕਿ ਇਹਨੂੰ ਖਦੇੜਾ ਪਾਓ। ਖਦੇੜਾ ਪਾਉਣ ਨਾਲ ਇਹਨਾਂ 'ਚ ਥੋੜ੍ਹਾ ਬਹੁਤ ਟੁੱਟ ਭੰਨ ਹੋ ਜਾਊਗੀ, ਜਿਸ 'ਚ ਨਿਤਿਸ਼ ਕੁਮਾਰ ਜੀ ਅੱਗੇ ਆ ਰਹੇ ਆ। ਭਾਰਤ ਜੋੜੋ ਯਾਤਰਾ ਤੋਂ ਬਾਅਦ ਨਾ ਇਹਨਾਂ ਨੂੰ ਲੱਗ ਰਿਹਾ ਕਿ ਲੋਕੀ ਜੁੜ ਗਏ ਨੇ ਤੇ ਰਾਹੁਲ ਦਾ ਕੱਦ ਵੱਧ ਗਿਆ ਤੇ ਰਾਹੁਲ ਕਿਤੇ ਸਾਡੇ ਵਾਸਤੇ ਇੱਕ ਚੈਲੰਜ ਨਾ ਬਣ ਜਾਏ। ਸਹੀ ਗੱਲ। ਤੇ ਹੋਰ ਜੇ ਵਿਰੋਧੀ ਧਿਰਾਂ ਵੀ ਨਾਲ ਆ ਗਈਆਂ, ਇੱਕ ਵੱਡਾ ਚੈਲੰਜ ਹੋ ਸਕਦਾ ਹੈ ਬੀਜੇਪੀ ਵਾਸਤੇ। ਇਹ 2024 ਦੀਆਂ ਇਲੈਕਸ਼ਨ ਦੇ ਵਿੱਚ ਇਹ ਪੋਲੀਟੀਕਲ ਪੰਡਿਤਸ ਮੰਨਦੇ ਨੇ, ਕਿਉਂਕਿ ਬੀਜੇਪੀ ਵਾਸਤੇ ਇਹ ਕੇਕ ਵਾਕ ਨਹੀਂ ਹੈ ਹੁਣ 2024 ਦੀਆਂ ਇਲੈਕਸ਼ਨਸ ਕਿ ਈਜ਼ੀਲੀ ਜਿੱਤ ਲੈਣਗੇ, ਇਦਾਂ ਨਹੀਂ ਹੋ ਸਕਦਾ। ਕਿਉਂਕਿ ਲੋਕਾਂ ਦਾ ਦਿਮਾਗ ਬਹੁਤ ਜ਼ਿਆਦਾ ਜਿੱਦਾਂ ਕਹੇ ਸਮਝਣਯੋਗ ਹੋ ਗਿਆ ਨਾ, ਸਮਝਣਯੋਗ ਵੀ ਹੋ ਗਿਆ ਔਰ ਮੁੜਿਆ ਵੀ ਹੈ, ਦੂਜੀਆਂ ਪਾਰਟੀਆਂ ਵੱਲ ਮੁੜਿਆ ਹੈ, ਦੂਜੇ ਲੋਕਾਂ ਵੱਲ ਮੁੜਿਆ। ਸਹੀ ਗੱਲ। ਸੋ ਇਹ ਚੀਜ਼ਾਂ ਔਰ ਕਈ ਇਦਾਂ ਦੀਆਂ ਖਬਰਾਂ ਬਾਹਰ ਆ ਰਹੀਆਂ ਨੇ, ਹਿੰਡਨਬਰਗ ਦੀ ਰਿਪੋਰਟ ਲੈ ਲਓ ਜਾਂ BBC ਡਾਕੂਮੈਂਟਰੀ ਦਾ ਤੁਸੀਂ ਜ਼ਿਕਰ ਕੀਤਾ, ਜਾਂ ਹੋਰ ਵੀ ਕਈ तमाम ਗੱਲਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਭਰਿਆ ਪਿਆ। ਸੋ ਇਹ ਸਭ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਹ ਚੀਜ਼ ਪਤਾ ਲੱਗਦੀ ਹੈ ਕਿ ਜਿਹੜਾ ਉਹ ਜਾਦੂ ਚੱਲਦਾ ਪਿਆ 2 ਵਾਰੀ ਟਰਮਸ ਤੋਂ, ਉਹ ਜਾਦੂ ਕਿਤੇ ਨਾ ਕਿਤੇ ਖਤਮ ਹੁੰਦਾ ਨਜ਼ਰ ਆ ਰਿਹਾ ਹੈ, ਸਿਰਫ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ। ਸੋ ਇਹ ਚੀਜ਼ਾਂ ਕਿਉਂਕਿ ਇੰਨਾ ਤਗੜਾ ਵਿਰੋਧ ਖਾਸ ਕਰਕੇ ਕਿਸਾਨ ਅੰਦੋਲਨ ਤੋਂ ਬਾਅਦ ਜੋ ਖੜਾ ਹੋਇਆ ਫਰੰਟ, ਉਹ ਇੱਕ ਬਹੁਤ ਚੈਲੰਜ ਬੀਜੇਪੀ ਵਾਸਤੇ ਖੜਾ ਕਰ ਸਕਦਾ ਹੈ 2024 ਦੀਆਂ ਇਲੈਕਸ਼ਨਸ ਦੇ ਵਿੱਚ। ਇਸ ਪੋਲੀਟੀਕਲ ਪੰਡਿਤ ਮੰਨਦੇ ਨੇ। ਬਿਲਕੁਲ ਸਹੀ। ਔਰ ਰਾਹੁਲ ਗਾਂਧੀ ਦਾ ਕੱਦ ਵੱਧਦਾ ਹੋਇਆ ਨਜ਼ਰ ਆਇਆ ਕਿਉਂਕਿ ਭਾਰਤ ਜੋੜੋ ਯਾਤਰਾ ਕਹਿੰਦੇ ਨੇ ਕਿ ਕਾਮਯਾਬ ਰਹੀ ਹੈ, ਜੋ ਵੀ ਰਿਜ਼ਲਟਸ ਜੋ ਵੀ ਨਤੀਜੇ ਆਏ ਨੇ। ਸੋ ਉਸ ਤੋਂ ਬਾਅਦ ਅਲਰਟ ਤਾਂ ਹੋਣਾ ਹੀ ਪੈਣਾ ਕਿਉਂਕਿ ਨਵੀਆਂ ਇਲੈਕਸ਼ਨਸ ਨੇ ਔਰ ਹਰ ਵਾਰ ਇੱਕ ਨਵਾਂ ਵਾਤਾਵਰਣ ਤਿਆਰ ਕਰਨਾ ਪੈਂਦਾ ਹੈ ਆਪਣੀ ਇਲੈਕਸ਼ਨ ਜਿੱਤਣ ਵਾਸਤੇ। ਸੋ ਉਹ ਚੀਜ਼ਾਂ ਵੀ ਨੇ। ਪਰ ਜਿਹੜਾ ਮੈਨੀਫੈਸਟੋ ਹੁੰਦਾ ਜਿਹਦੇ 'ਚ ਇਹਨਾਂ ਨੇ ਲੋਕਾਂ ਦੇ ਲਈ ਵਿਕਾਸ ਯੋਜਨਾਵਾਂ ਬਣਾ ਕੇ ਲੋਕਾਂ ਤੱਕ ਪਹੁੰਚਣਾ ਹੁੰਦਾ, ਜਿਹਦੇ 'ਚ ਉਹਨਾਂ ਦੇ ਲਈ ਪਲਾਨਿੰਗ ਬਣਾਉਣੀਆਂ ਹੁੰਦੀਆਂ, ਜਿਹਦੇ 'ਚ ਰੋਡ ਮੈਪ ਨੇ, ਜਿਹਦੇ ਵਿੱਚ ਕਈ ਵਿਕਾਸ ਯੋਜਨਾਵਾਂ ਹੁੰਦੀਆਂ, ਉਹਨੂੰ ਭੁੱਲ ਕੇ ਤੇ ਇਹ ਉਹਨਾਂ ਨਾਲ ਗੁੱਥਮੁੱਥਾ ਹੋਣ ਦਾ ਹੀ ਮਸਲਾ ਇਹਨਾਂ ਦੇ ਅੱਗੇ ਸਾਹਮਣੇ ਹੁੰਦਾ। ਪਾਰਟੀ ਕੋਈ ਹੋਏ, ਆਪਾਂ ਪਾਰਟੀ ਇਹਦੀ ਨਹੀਂ ਗੱਲ ਕਰਦੇ ਕਿ ਜਿਹੜੀ ਪਾਰਟੀ ਇਸ ਵੇਲੇ ਬੈਠੀ ਹੈ ਤਖਤ 'ਤੇ ਦਿੱਲੀ 'ਤੇ ਉਹਦੀ ਪਾਰਟੀ ਹੈ ਜਾਂ ਆਪੋਜੀਸ਼ਨ ਹੈ। ਇਹ ਹਮੇਸ਼ਾ ਜਿਹੜੀ ਦਿੱਲੀ ਪਾਰਟੀ ਪਹੁੰਚ ਜਾਂਦੀ ਹੈ ਉਹ ਫਿਰ ਇਸ ਤਰ੍ਹਾਂ ਹੀ ਕਰਦੀ ਹੈ ਕਿਉਂਕਿ ਪਾਵਰ ਹੁੰਦੀ ਹੈ ਹੱਥ ਦੇ ਵਿੱਚ। CBI, ED, ਇੰਟੈਲੀਜੈਂਸ, ਖੁਫੀਆ ਏਜੰਸੀਆਂ ਸਾਰੀਆਂ ਉਹਨਾਂ ਦੇ ਹੱਥ 'ਚ ਹੁੰਦੀਆਂ, ਕਿਸੇ 'ਤੇ ਦੂਸ਼ਣ ਲਾ ਕੇ ਉਹਨੂੰ ਅੰਦਰ ਕਰ ਸਕਦੇ ਹੋ ਕਈ ਤਰ੍ਹਾਂ ਦੇ। ਕਿਉਂਕਿ ਜਦੋਂ ਬੰਦਾ ਰਾਜ ਕਰਦਾ ਜਾਂ ਜਦੋਂ ਤਖਤ 'ਤੇ ਬੈਠਾ ਉਹਦੇ ਕੋਲ ਕਈ ਚੀਜ਼ਾਂ ਦੀਆਂ ਵਾਧਾ ਘਾਟਾ ਹੁੰਦਾ ਰਹਿੰਦਾ। ਉਹ ਉਦੋਂ ਤਾਂ CBI ਨਹੀਂ ਬੋਲਦੀ, ਉਦੋਂ ਇੰਟੈਲੀਜੈਂਸ ਨਹੀਂ ਬੋਲਦੀ, ਜਿੱਦਾਂ ਪੰਜਾਬ 'ਚ ਹੋ ਰਿਹਾ। ਪੰਜਾਬ 'ਚ ਹੁਣ ਵਿਜੀਲੈਂਸ ਦੂਜੇ ਦਿਨ ਹੀ ਅੱਜ ਪਹਿਲਾਂ ਇੱਕ ਮੰਤਰੀ ਫੜਿਆ ਗਿਆ, ਉਹਦੀ ਜਾਇਦਾਦ ਕਹਿੰਦੇ ਜਿਹੜੀ ਉਹ ਬਣ ਗਈ ਆ, ਜਿਹੜੀ ਉਹਦੀ ਆਮਦਨ ਤੋਂ ਉੱਪਰ ਦੀ ਹੈਗੀ। ਕਦੀ ਤਾਂ ਅੱਜ ਦੂਜਾ ਫੜਿਆ ਗਿਆ OP ਸੋਨੀ ਆ ਗਿਆ ਜੀ ਹੱਥ 'ਚ, ਅੱਜ ਵੈਦ ਆ ਗਿਆ, ਅੱਜ ਤੀਜਾ ਆ ਗਿਆ। ਹੁਣ ਉਦੋਂ ਤਾਂ ਇਹਨਾਂ ਨੂੰ ਇੰਟੈਲੀਜੈਂਸ ਨੂੰ ਨਹੀਂ ਸੀ ਪਤਾ ਲੱਗਦਾ ਜਿਹੜੀ ਵਿਜੀਲੈਂਸ ਆ, ਤੇ ਹੁਣ ਕਿਸ ਤਰ੍ਹਾਂ ਪਤਾ ਲੱਗ ਰਿਹਾ ਉਹਨਾਂ ਨੂੰ ਕਿ ਅੱਜ ਉਹ ਮੰਤਰੀਆਂ ਦਾ ਬਹੁਤ ਕੁਝ ਬਣ ਚੁੱਕਿਆ ਹੈਗਾ। ਪੰਜਾਬ 'ਚ ਹੀ ਬਣਾਇਆ ਉਹਨਾਂ ਨੇ ਸਾਰਾ। ਪੰਜਾਬ ਦਾ ਹੁੰਦਾ ਉਦੋਂ ਨਹੀਂ ਪਤਾ ਲੱਗਦਾ, ਬਾਅਦ ਵਿੱਚ ਪਤਾ ਲੱਗਦਾ। ਇਹ ਬੜੀ ਅਜੀਬ ਗੱਲ ਹੈ। ਜਦੋਂ ਨਿਹੱਥਾ ਹੋ ਜਾਂਦਾ ਬੰਦਾ, ਜਿਹਦੇ ਹੱਥ 'ਚ ਤਲਵਾਰ ਆ ਉਦੋਂ ਤਾਂ ਬੰਦਾ ਠੀਕ ਹੈ ਜੀ, ਜਦੋਂ ਨਿਹੱਥਾ ਹੋ ਜਾਂਦਾ ਫਿਰ ਆਂਦਾ ਮਾਰੋ ਮਾਰੋ ਮਾਰੋ, ਫੜੋ ਫੜੋ ਇਹਨਾਂ ਨੂੰ, ਸੁੱਟੋ ਸੁੱਟੋ, ਬਸ ਉਹ ਗੱਲ। ਇਹ ਸਾਈਕੀ ਹੈ ਬਾਅਦ ਵਿੱਚ। ਚਲੋ ਹੁਣ ਅੱਗੇ ਚੱਲੀਏ। ਪੰਜਾਬ ਸਰਕਾਰ ਕਹਿੰਦੀ ਕਿ ਇੱਕ ਵਿਧਾਇਕ ਨੂੰ ਇੱਕ ਪੈਨਸ਼ਨ। ਹੁਣ ਕਹਿੰਦੀ ਹੈ ਸਾਰੇ ਵਿਧਾਇਕ ਜਿਹੜੇ ਨੇ, ਜਿਹੜੇ ਵਜ਼ੀਰ ਨੇ, ਉਹਨਾਂ ਦਾ ਜਿਹੜਾ ਕੋਈ ਇਲਾਜ ਹੈ ਉਹਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਹੁਣ ਇਹ ਗੱਲਾਂ ਜਿਹੜੀਆਂ ਨੇ, ਇਹ ਨਵਾਂ ਫਾਰਮੂਲਾ ਵਰਕਆਊਟ ਹੋਇਆ। ਇਹ ਇੱਕ ਹੱਥ ਦੋ ਤੇ ਇੱਕ ਹੱਥ ਲਓ ਗੱਲ ਉਹੀ ਹੈ ਕਿ ਦੇਈ ਮਤਲਬ ਉਹਨਾਂ ਕੋਲ ਆਪਣਾ ਪੈਸਾ ਨਹੀਂ ਹੈਗਾ। ਹਾਂ ਦੇਖੋ ਪਤਾ ਕੀ ਗੱਲ ਹੈ, ਨਵੇਂ ਫਾਰਮੂਲੇ ਲੈ ਕੇ ਆਉਂਦੇ ਨੇ। ਪਹਿਲਾਂ ਜਿਹੜੇ MP ਨੇ, ਮੈਂਬਰ ਪਾਰਲੀਮੈਂਟ ਹੈਗੇ, ਸਾਰਾ ਕੁਝ ਅੱਗੇ ਕਰਦੇ ਸੀ। ਮੰਤਰੀ ਵੀ ਜਿਹੜੇ ਸੈਂਟਰ ਦੇ ਆਪਣਾ ਪੈਸਾ ਨਹੀਂ ਖਰਚਦੇ। ਅੱਖਾਂ ਖਰਾਬ ਹੋ ਗਈਆਂ ਅਮਰੀਕਾ, ਮੁੱਖ ਮੰਤਰੀ ਦੀਆਂ ਅੱਖਾਂ ਖਰਾਬ ਹੋ ਗਈਆਂ, ਹਾਰਟ ਦੀ ਪ੍ਰੋਬਲਮ ਅਮਰੀਕਾ। CEO ਹੈਗਾ ਕਿਸੇ ਵੀ ਡਿਪਾਰਟਮੈਂਟ ਦਾ, ਡਿਪਾਰਟਮੈਂਟ ਸਰਕਾਰੀ ਤੌਰ 'ਤੇ, ਉਹਨੂੰ ਕੁਛ ਹੋ ਗਿਆ ਤਾਂ ਲੀਵਰ ਖਰਾਬ ਹੋ ਗਿਆ, ਗੋ ਟੂ ਅਮਰੀਕਾ, ਉੱਥੋਂ ਲਓ ਟ੍ਰੀਟਮੈਂਟ, ਪੈਸਾ ਖਾਓ। ਗਰੀਬ ਇੱਥੇ ਮਰਦੇ ਜਾ ਰਹੇ ਆ ਇਲਾਜ ਦੇ ਦੁੱਖੋਂ। ਔਰ ਇਹਨਾਂ ਦੀ ਇਨਕਮ ਟੈਕਸ ਦਾ ਕੀ ਸੀਨ ਹੈ? ਇਨਕਮ ਟੈਕਸ ਜਿਹੜਾ ਹੈ ਇਹ ਦਿੰਦੇ ਨੇ ਕਿ ਉਹ ਵੀ ਸਰਕਾਰੀ ਖਜ਼ਾਨਾ ਹੀ ਦਿੰਦਾ? ਇਨਕਮ ਟੈਕਸ ਦਾ ਇਹਨਾਂ ਨੇ ਰੋਕ ਲਾਈ। ਹੁਣ ਇਨਕਮ ਟੈਕਸ ਇਹਨਾਂ ਨੂੰ ਆਪ ਹੀ ਦੇਣਾ ਪਊਗਾ ਕਿ ਦਿੱਲੀ ਸਰਕਾਰ। ਹੁਣ ਦੂਜਾ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ, ਉਹ ਕਿਹਨਾਂ ਨੇ ਬਣਾਏ ਹੈਗੇ? ਉਹਦੇ 'ਚ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ। ਉਹ ਡਾਕਟਰ ਕਿੱਥੋਂ ਆਉਂਦੇ ਆ? ਉਹੀ ਸਾਡੇ ਡਾਕਟਰ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ, ਸਾਡੇ ਪੰਜਾਬ 'ਚੋਂ ਹੀ ਗਏ ਡਾਕਟਰ, ਉੱਥੇ ਤਾਂ ਇਹ ਜਾ ਕੇ ਇਲਾਜ ਕਰਵਾ ਆਉਂਦੇ ਆ, ਹੈ ਨਾ। ਅਤੇ ਇੱਥੇ ਜਿਹੜੇ ਲੋਕ ਨੇ ਇਹ ਆਮ ਲੋਕਾਂ ਲਈ ਬਣਾ ਦਿੱਤੇ। 500 ਅਸੀਂ ਇਹਦੇ ਕਲੀਨਿਕ ਬਣਾ ਰਹੇ ਹਾਂ, ਮੁਹੱਲਾ ਕਲੀਨਿਕ ਬਣਾ ਰਹੇ ਆ, ਉਹ ਆਮ ਲੋਕਾਂ ਲਈ ਹੈਗੀ। ਅਤੇ ਇੱਥੇ ਇਹਨਾਂ ਦਾ ਇਲਾਜ ਨਹੀਂ ਹੋ ਸਕਦਾ। ਹਾਂ ਇੱਥੇ ਇਲਾਜ ਨਹੀਂ। ਇਹਨਾਂ ਦੀ ਬਿਮਾਰੀਆਂ ਕੋਈ ਅਜੀਬ ਹੋਣਗੀਆਂ ਕਿਉਂਕਿ ਇਹਨਾਂ ਨੂੰ ਉਹ ਬਿਮਾਰੀ ਨਹੀਂ ਨਾ ਜਿਹੜੀ ਬਿਮਾਰੀ ਆਮ ਲੋਕਾਂ ਨੂੰ ਲੱਗਦੀ ਹੈ। ਇਸੇ ਕਰਕੇ ਇਹਨਾਂ ਨੇ ਕਹਿਤਾ ਕਿ ਇਹਨਾਂ ਦਾ ਇਲਾਜ ਜਿਹੜਾ ਹੈਗਾ ਉਹ ਸਰਕਾਰੀ ਪੈਸੇ ਨਾਲ ਹੋਊਗਾ ਔਰ ਉਹਦੇ ਨਾਲ ਨਹੀਂ ਹੋਊਗਾ ਕਿਉਂਕਿ ਗੌਰਮੈਂਟ ਸਰਵੈਂਟ ਜਿਹੜੇ ਹੈਗੇ ਸੀ ਉਹਨਾਂ ਨੂੰ ਤਾਂ ਹੈ, ਸੈਂਟਰ ਗੌਰਮੈਂਟ ਦੇ, ਸਟੇਟ ਦੇ, ਰੇਲਵੇ ਦੇ, ਉਹਨਾਂ ਦਾ ਇਲਾਜ ਜਿਹੜਾ ਹੈਗਾ ਗੌਰਮੈਂਟ ਸਰਵਿਸ ਦਾ ਕਾਰਡ ਬਣ ਜਾਂਦਾ, ਹੈਲਥ ਸਰਵਿਸ
ਕਾਰਡ ਹੁੰਦਾ, ਕਿਉਂਕਿ ਉਹਨਾਂ ਦੇ ਥੋੜ੍ਹੇ ਬਹੁਤ ਪੈਸੇ ਉਦੋਂ ਵੀ ਕੱਟੇ ਜਾਂਦੇ, ਸਾਰਾ ਕੁਝ ਹੁੰਦਾ। ਜਿਹੜਾ ਉਹਨਾਂ ਨੂੰ ਮੈਡੀਕਲ ਫੰਡ ਦਿੰਦੇ ਆ, ਜਦੋਂ ਰਿਟਾਇਰਡ ਹੁੰਦਾ ਬੰਦਾ, ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਕੁਝ ਲੰਮਸਮ ਦਿੰਦੇ ਆ ਦਵਾਈ ਲੈਣ ਲਈ। ਪਰ ਜਦੋਂ ਓਲਡ ਏਜ ਹੁੰਦੀ ਸਭ ਕੁਝ ਲੋਕ ਚਾਹੁੰਦੇ ਆ, ਇਨ ਸਰਵਿਸ ਅੱਜ ਕੱਲ੍ਹ ਬਣਨ ਲੱਗ ਪਏ ਇਹਨਾਂ ਦੇ। ਔਰ ਉਦੋਂ ਬਾਅਦ ਜਦੋਂ ਵਾਪਸ ਰਿਟਾਇਰਮੈਂਟ 'ਤੇ ਆਉਂਦੇ ਉਹਨਾਂ ਦੇ ਉਦੋਂ ਬਣਨਾ ਵੀ ਸ਼ੁਰੂ ਹੋ ਜਾਂਦੇ। ਪਰ ਉਹਨਾਂ 'ਤੇ 60 ਸਾਲ ਨੌਕਰੀ ਕੀਤੀ ਹੁੰਦੀ ਹੈ, ਦੇਸ਼ ਦੀ ਸੇਵਾ ਕੀਤੀ ਹੁੰਦੀ, ਕੰਮ ਕੀਤਾ ਹੁੰਦਾ, ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਹਨਾਂ ਨੂੰ ਪੈਨਸ਼ਨ ਵੀ ਹੈਗੀ ਆ ਅਤੇ ਨਾਲ ਫਿਰ ਇਲਾਜ ਲਈ ਵੀ ਹੈਗਾ, ਅੱਗੇ ਇਨਕਮ ਟੈਕਸ ਵੀ ਇਹਨਾਂ ਦਾ ਸੀਗਾ, ਔਰ ਪੈਨਸ਼ਨਾਂ ਵੀ 5-5 ਸਾਲ ਬਾਅਦ ਕਿੰਨੀਆਂ ਪੈਨਸ਼ਨਾਂ, ਉਹ ਵੀ ਕਿੰਨਾ ਵੱਡਾ ਨੁਕਸਾਨ ਸੀਗਾ। ਔਰ ਇਹਨਾਂ ਕੋਲ ਆਪਣਾ ਪੈਸਾ ਵੀ ਹੈਗਾ, ਆਪਣਾ ਪੈਸਾ ਵਾਧੂ ਨਹੀਂ, ਆਹ ਵੱਧ ਤੁਸੀਂ ਗੱਲ ਹੀ ਕਰ ਰਹੇ, ਜਿਹੜਾ ਪੈਸਾ ਇਹਨਾਂ ਕੋਲ ਜਾਇਦਾਦ ਤੋਂ ਵੱਧ ਜਿਹੜਾ ਪ੍ਰਾਪਰਟੀ ਬਣਾ ਲੈਂਦੇ ਆ, ਉਹ ਕਿੱਧਰੋਂ ਆਉਂਦਾ? ਕੱਪੜਿਆਂ ਨਾਲ, ਹੈ ਨਾ। ਫਿਰ ਆਂਦੇ ਇਲਾਜ ਤੋਂ ਪੈਸਾ ਚਾਹੀਦਾ। ਜਿੱਦਾਂ ਦਾ ਆਪਣੇ ਆਪ ਨੂੰ ਸੂਟ ਕਰਦਾ ਇਹਨਾਂ ਨੂੰ, ਉੱਦਾਂ ਦਾ ਨਵਾਂ ਫਾਰਮੂਲਾ ਕੱਢ ਕੇ ਬਹਿ ਜਾਂਦੇ ਨੇ। ਕਿਹੜਾ ਕਿਹਨੂੰ ਪੁੱਛਣ ਜਾਣਾ? ਪਾਲਿਸੀ ਇਹਨਾਂ ਬਣਾਉਣੀ ਹੈ ਨਾ, ਕਿਹੜਾ ਕਿਹਨੂੰ ਪੁੱਛਣ ਜਾਣਾ? ਬਿੱਲ ਇਹਨਾਂ ਨੇ ਜੋ ਮਰਜ਼ੀ ਕਰੋ, ਔਰ ਜੋ ਮਰਜ਼ੀ ਬਿੱਲ ਪਾਸ ਕਰ ਲਓ, ਠੀਕ ਹੈ ਨਾ। ਭਾਵੇਂ ਓਪੋਜੀਸ਼ਨ 'ਚ ਬੈਠੇ ਹੋ ਤੇ ਭਾਵੇਂ ਤੁਸੀਂ ਗੱਦੀ ਤੇ ਬੈਠੇ ਹੋ, ਇਲਾਜ ਤਾਂ ਸਭ ਦਾ ਪੰਜਾਬ ਸਰਕਾਰ ਨੇ ਕਰਨਾ, ਅਸੀਂ ਲੋਕਾਂ ਨੇ ਕਰਨਾ, ਜਿਹੜਾ ਅਸੀਂ ਟੈਕਸ ਦੇਣਾ। ਇਹਨਾਂ ਦੇ ਹੱਥ ਹੈ ਨਾ ਸਾਰਾ ਕੁਝ, ਟੈਕਸ ਵੀ ਇਹਨਾਂ ਨੇ ਆਉਣੇ ਆ, ਪੈਸਾ ਵੀ ਲੋਕਾਂ ਕੋਲ ਇਹਨਾਂ ਇਕੱਠਾ ਕਰਨਾ। ਸਾਰਿਆਂ ਨੂੰ ਸਹੂਲਤਾਂ ਮਿਲਦੀਆਂ, ਸਾਰਿਆਂ ਦੀ ਜਾਨ ਕੀਮਤੀ ਹੈ। ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਈ ਲੇਡੀਜ਼ ਸੜਕਾਂ ਦੇ ਉੱਤੇ ਬੱਚਾ ਜੰਮ ਦਿੰਦੀਆਂ ਨੇ। ਦੱਸੋ, ਆਹ ਹਾਲਤ ਤਾਂ ਹੋਈ ਪਈ ਹੈ। ਸਹੀ ਗੱਲ ਹੈਗਾ, ਇਦਾਂ ਦੇ ਹੈਗੇ, ਠੀਕ ਹੈ। ਹਾਰਟ ਨਾਲ ਤੜਫ ਰਹੇ, ਹਾਰਟ ਦੀ ਪੇਨ ਨਾਲ ਤੜਫ ਰਹੇ ਲੋਕ ਬਾਹਰ, ਉਹ ਕਹਿੰਦੇ ਚੁੱਕ ਲਓ ਇਹਨਾਂ ਨੂੰ, ਲੈ ਜਾਓ ਇਹਨਾਂ ਨੂੰ ਸ਼ਮਸ਼ਾਨ ਘਾਟ 'ਚ। ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ, ਕਹਿੰਦੇ ਜੀ ਹੁਣੇ ਖਤਰੇ ਤੋਂ ਅੱਗੇ ਨਿਕਲ ਗਿਆ, ਹੁਣ ਇਹਨੂੰ ਨਹੀਂ ਬਚਾ ਸਕਦੇ। ਪਰ ਜਿਹੜੇ ਲੀਡਰ ਨੇ, ਵੱਡੇ ਨੇਤਾ ਨੇ, ਉਹ ਜੇ ਖਾਣਾ ਵੀ ਉਹਨਾਂ ਨੂੰ ਨਹੀਂ ਪਚਦਾ, ਜੇ ਖਾਣੇ ਦੀ ਕੋਈ ਐਲਰਜੀ ਹੁੰਦੀ ਫੂਡ ਦੀਆਂ, ਤੇ ਬਦਲੋ ਛੇਤੀ। ਨਵਜੋਤ ਸਿੱਧੂ ਜੀ ਦਾ ਬੜੀ ਵਾਰੀ ਇਹਦਾ ਫੂਡ ਟੈਸਟ ਹੋਇਆ, ਫੂਡ ਵੇਖਿਆ ਗਿਆ ਕਿ ਇਹ ਜਿਹੜਾ ਬੈਲੈਂਸ ਨਹੀਂ ਗਾ, ਇਹਨੂੰ ਬਦਲੋ, ਇਹ ਡਾਈਜੈਸਟ ਨਹੀਂ ਹੁੰਦਾ, ਇਹਨਾਂ ਨੂੰ ਐਲਰਜੀ ਕਰਦਾ ਹੈਗਾ। ਉਹਨਾਂ ਲੋਕਾਂ ਨੂੰ ਵੇਖੋ, ਇਹ ਮੀਡੀਆ ਦੇ ਤੌਰ 'ਤੇ ਆਪਾਂ ਰੋਕਦੇ ਨਹੀਂ ਗੇ, ਜੇ ਉਹਨਾਂ ਦੀ ਜਾਨ ਦੇ ਲਈ ਇੰਨੀ ਆਪਾਂ ਕਰ ਰਹੇ ਹਾਂ, ਤਰੱਦਦ ਕਰ ਰਹੇ ਹਾਂ, ਤਾਂ ਆਮ ਲੋਕਾਂ ਨੂੰ ਵੀ ਕਰੋ। ਉਹਨਾਂ ਦੇ ਵੀ ਖਾਣਿਆਂ ਦਾ ਵੇਖੋ, ਉਹਨਾਂ ਨੂੰ ਦੇਖੋ ਕਿ ਮਿਲਦੀ ਰੋਟੀ ਕਿ ਨਹੀਂ ਮਿਲਦੀ। ਸੰਵਿਧਾਨ ਫੂਡ ਟੈਸਟ ਕਰਨਾ, ਉਹਨਾਂ ਨੂੰ ਰੋਟੀ ਮਿਲਣੀ ਆਤਰ। ਸੰਵਿਧਾਨ ਕੀ ਕਹਿੰਦਾ? ਸਭ ਬਰਾਬਰ ਨੇ, ਵੀ ਦ ਪੀਪਲ ਆਫ ਇੰਡੀਆ, ਪ੍ਰੀਐਂਬਲ ਕਹਿੰਦਾ। ਬਿਲਕੁਲ, ਉਹ ਸੰਵਿਧਾਨ ਕਹਿੰਦਾ, ਪਰ ਇੱਥੇ ਫਾਰਮੂਲਾ ਵਰਕਆਊਟ ਹੋ ਜਾਂਦਾ ਹੈ। ਆਮ ਲੋਕਾਂ ਦੇ ਇਲਾਜ ਵਾਸਤੇ ਮੁਹੱਲਾ ਕਲੀਨਿਕ ਤੇ ਨੇਤਾ ਜੀ ਦੀ ਜਿਹੜੀ ਸਾਰੀ ਹਸਪੀਟਲ, ਉਹਨਾਂ ਨੂੰ ਡਾਰੀ ਮਾਰੋ, ਕੈਲੀਫੋਰਨੀਆ ਤੋਂ ਇਲਾਜ ਹੋਊਗਾ ਉਹਨਾਂ ਦਾ, ਵਾਸ਼ਿੰਗਟਨ ਤੋਂ ਇਲਾਜ ਹੋਊਗਾ ਉਹਨਾਂ ਦਾ, ਹੈ ਨਾ, ਲੰਡਨ ਤੋਂ ਹੋਊਗਾ ਇਲਾਜ। ਇਹ ਵਿਚਾਰਿਆਂ ਨੂੰ ਤਾਂ ਕਿਤੇ ਉੱਦਾਂ ਹੀ ਭੇਜ ਦਿਓ ਘੁੰਮਣ ਲਈ, ਤੁਸੀਂ ਰਾਜੀ ਹੋ ਜਾਓਗੇ, ਇੱਕ ਵਾਰੀ ਸੈਰ ਹੀ ਕਰੋ ਬਾਹਰ ਦੇ, ਜਿਹੜੇ ਗਰੀਬ ਲੋਕ ਹੈਗੇ। ਔਰ ਇਹ ਹੈ, ਗਰੀਬ ਲੋਕ ਵੈਸੇ ਵਾਕਈ ਘੱਟ ਬਿਮਾਰ ਹੁੰਦੇ ਆ ਇਹਨਾਂ ਨਾਲੋਂ, ਪਸੀਨਾ ਚੋਂਦਾ ਉਹਨਾਂ ਦਾ, ਕੰਮ ਕਰਦੇ ਉਹਨਾਂ ਦਾ, ਬੜਾ ਵਧੀਆ ਫੂਡ ਖਾਂਦੇ, ਵਧੀਆ ਤੋਂ ਮਤਲਬ ਛੋਟਾ ਮੋਟਾ ਫੂਡ ਜਿਹੜਾ ਮਿਲਦਾ, ਹੈ ਨਾ, ਸੁੱਕੀ ਰੋਟੀ ਨਾਲ ਗੁਜ਼ਾਰਾ ਕਰ ਲੈਂਦੇ ਆ। ਔਰ ਰੱਬ ਉਹਨਾਂ ਨਾਲ, ਕੁਦਰਤ ਬੈਠੀ ਹੈ ਨਾ, ਕੁਦਰਤ ਕਹਿੰਦੀ ਇਹਨਾਂ ਨੂੰ ਬਿਮਾਰ ਨਾ ਹੋਣ ਦੇਣਾ, ਕਿਉਂਕਿ ਇਹਨਾਂ ਨੇ ਇਲਾਜ ਵਿਚਾਰਿਆਂ ਨੇ ਕਿੱਥੋਂ ਕਰਾਉਣਾ ਹੈ, ਮੈਂ ਆਪ ਹੀ ਇਹਦਾ ਇਲਾਜ ਕਰ ਦੇਣੀ ਹੈ। ਕੁਦਰਤ ਵਾਕਈ ਆਹ ਹੈ ਡੈਮੋਕ੍ਰੇਸੀ ਦਾ ਹਾਲ ਸਾਡੇ ਭਾਰਤ ਦੇ ਵਿੱਚ। ਡੈਮੋਕ੍ਰੇਸੀ ਤੇ ਕਨਸਟੀਟਿਊਸ਼ਨ ਤੇ ਇਹਦੇ 'ਚ ਜਿਹੜੇ ਲਾਅ ਐਂਡ ਆਰਡਰ, ਇਹ ਕਹਿੰਦੇ ਕਾਗਜ਼ਾਂ ਨਾਲ ਹੀ ਹੈ, ਕਾਗਜ਼ਾਂ ਦੀਆਂ ਸਾਰੀਆਂ ਗੁੱਥੀਆਂ ਨੇ, ਕਾਗਜ਼ਾਂ ਦੇ ਵਿੱਚ ਹੀ ਹੈਗਾ। ਆਪਾਂ ਗੱਲ ਕਰੇ ਸੀ ਇੰਗਲੈਂਡ ਦੀ, ਕਿ ਉੱਥੇ ਅਨਰਿਟਨ ਨਾ, ਦੇਖੋ ਲਿਖਤੀ ਜਿਹੜਾ ਨਹੀਂ ਲਿਖਿਆ ਉਹਨੂੰ ਵੀ ਫਾਲੋ ਕਰਦੇ ਲੋਕ। ਇਨਸਾਨ ਦੀ ਜਾਨ ਦੀ ਕੀਮਤ ਹੈ। ਬਿਲਕੁਲ, ਉੱਥੇ ਬੰਦਾ ਨਹੀਂ ਮਰਨ ਦਿੰਦੇ, ਉਹ ਬੰਦੇ ਨੂੰ ਜਿਉਂਦਾ ਰੱਖਣ ਲਈ ਤਰੱਦਦ ਕਰਦੇ ਆ, ਹਰ ਤਰ੍ਹਾਂ ਦਾ ਪੂਰੀ ਵਾਹ ਲਾਉਂਦੇ ਆ। ਸਾਡੇ ਤਾਂ ਬੰਦਾ ਆਂਦੇ ਮਰ ਗਿਆ ਤਾਂ ਕੋਈ ਨਹੀਂ, ਚੁੱਕੋ ਲੈ ਜਾਓ ਇਹਨਾਂ। ਚਲੋ ਅੱਗੇ ਵਧਦੇ ਹਾਂ ਜੀ, ਬਾਹਰ ਦੀ ਧਰਤੀ ਤੇ ਚੱਲੀਏ। ਜ਼ਰੂਰ, ਕੈਨੇਡਾ ਚੱਲਦੇ ਹਾਂ। ਲੈ ਲਓ ਇੱਕ ਮਸਲਾ ਹੋਰ ਲੈ ਲੈਂਦੇ। ਟਰੂਡੋ ਸਰਕਾਰ ਵੱਲੋਂ 14,000 ਪ੍ਰਵਾਸੀਆਂ ਨੂੰ PR ਲਈ ਸੱਦਾ ਪੱਤਰ। ਗੁੱਡ। ਇਹਦਾ ਇੱਕ ਬਰੀਫ ਜਿਹਾ ਤੁਹਾਨੂੰ ਜਵਾਬ ਦੇਣਾ ਤੁਸੀਂ, ਕਿਉਂਕਿ ਇਸ ਤੋਂ ਬਾਅਦ ਇੱਕ ਹੋਰ ਮਸਲਾ ਹੈ, ਉਹ ਵੀ ਅਮਰੀਕਾ ਨਾਲ ਜੁੜਿਆ, ਉਹ ਵੀ ਆਪਾਂ ਲੈ ਹੀ ਲਵਾਂਗੇ। ਇਹ ਮਸਲਾ ਜਿਹੜਾ ਅੱਛਾ ਹੈ, ਜਿਹਦੇ ਵਿੱਚ ਇਹਨਾਂ ਨੇ ਕੀਤਾ 8ਵਾਂ ਮਸਲਾ, ਇਹਦੇ ਵਿੱਚ ਇਹ ਜਿਹੜੀ ਐਕਸਪ੍ਰੈਸ ਐਂਟਰੀ ਹੈ, ਔਰ ਉਹਦੇ ਵਿੱਚ ਟਰੂਡੋ ਸਰਕਾਰ ਨੇ ਕਹਿਤਾ ਕਿ ਇੰਨੇ ਲੋਕ ਬੁਲਾ ਲਓ ਇੱਥੇ, ਇਹਨਾਂ ਨੂੰ ਸਿੱਧੀ PR ਦੇ ਦਿਓ, ਪਰਮਾਨੈਂਟ ਰੈਜ਼ੀਡੈਂਟ ਡਿਕਲੇਅਰ ਕਰ ਦਿਓ ਜਿਹੜੇ ਆ ਗਏ ਆ। ਉਹਨਾਂ ਦੇ ਵਿੱਚ ਹੁੰਦਾ ਕਿ ਜਿਹੜੇ ਬੱਚੇ ਕੈਲੀਬਰ ਅੱਛੇ ਦੇ ਆ, ਜਿਹੜੇ ਆਰਟ ਜਾਣਦੇ ਆ, ਕੰਮ ਜਾਣਦੇ ਆ, ਪ੍ਰੋਫੈਸ਼ਨਲੀ ਉਹਨਾਂ ਨੂੰ ਮਿਲਦਾ, ਔਰ ਉਹਨਾਂ ਨੂੰ ਉਹਨਾਂ ਦਾ ਉਹ ਨਾਲ ਉਹਨਾਂ ਦੇ ਸਰਟੀਫਿਕੇਟ ਨਾਲ ਲੱਗੇ ਹੁੰਦੇ ਆ ਵੀ ਆਹ ਕੰਮ ਕਰ ਰਿਹਾ, ਇਹਨੂੰ ਸਮਝ ਹੈਗੀ ਇਸ ਕੰਮ ਦੀ, ਉਹਨੂੰ ਫਿਰ ਉਸ ਤਰ੍ਹਾਂ ਦਾ ਕੰਮ ਦਿੱਤਾ ਜਾਂਦਾ। ਜਦੋਂ ਕਿ ਉਹ ਉੱਥੇ ਜਾ ਕੇ ਹੁਣ 14,000 ਮੁੰਡਾ ਜਿਹੜਾ ਜਾਊਗਾ, ਇਹਦੇ ਵਿੱਚੋਂ ਫਿਰ ਮੋਰੀ ਪੰਜਾਬ ਹੀ ਹੋਊਗਾ। ਪੰਜਾਬ ਦੇ ਮੁੰਡੇ ਬਹੁਤ ਜਾਣਗੇ, ਕਿਉਂਕਿ ਜਿਹੜੇ ਕੰਮ ਕਰਨ ਜਾਣਦੇ ਆ, ਜਿਹੜੇ ਪ੍ਰੋਫੈਸ਼ਨਲੀ ਕੁਛ ਨਾ ਕੁਛ ਸਟੱਡੀ ਹੋ ਗਈ ਆ, ਜਿੱਦਾਂ ਐਮੀਨੈਂਸ ਸਕੂਲ ਆਪਣੇ ਖੁੱਲ੍ਹ ਗਏ, ਅਤੇ ਪ੍ਰੋਫੈਸ਼ਨਲੀ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਉੱਦਾਂ ਦੀ ਐਜੂਕੇਸ਼ਨ ਦਿੱਤੀ ਜਾਊਗੀ, ਔਰ ਉਹੋ ਹੀ ਬੰਦੇ ਜਾਂਦੇ ਜਿਹੜੇ ਉੱਥੇ ਲੋਕ ਕੰਮ ਕਰ ਰਹੇ ਆ। ਔਰ ਇਹਦੇ ਵਿੱਚ ਟਰੂਡੋ ਸਰਕਾਰ ਨੇ ਪੈਸੇ ਏਸ਼ੀਅਨ ਕੰਟਰੀ ਨੂੰ ਉਹਨਾਂ ਨੇ ਪਹਿਲਾਂ ਵੱਡੀ ਤਰਜੀਹ ਦਿੱਤੀ ਹੈ, ਪ੍ਰਾਇਰਟੀ ਦਿੱਤੀ ਹੈ ਕਿ ਆ ਜਾਣ, ਕਿਉਂਕਿ ਉੱਥੇ ਖੰਨਾ ਜੀ ਲੇਬਰ ਘੱਟ ਆ, ਕੰਮ ਕਰਨ ਵਾਲੀ ਜਿਹੜੀ ਜਿਹੜੀ ਮੈਜੋਰਟੀ ਘੱਟ ਆ, ਯਾਨੀ ਕੰਮ ਕਰਨ ਵਾਲੇ ਲੋਕ ਘੱਟ, ਕਿਉਂਕਿ ਪਾਪੂਲੇਸ਼ਨ ਥੋੜ੍ਹੀ, ਔਰ ਦੇਸ਼ ਬਹੁਤ ਵੱਡਾ ਇਸੇ ਤਰ੍ਹਾਂ ਦਾ ਹੈਗਾ। ਅਮਰੀਕਾ ਨਾਲੋਂ ਕੈਨੇਡਾ ਵਿੱਚ
ਜਿਹੜੀ ਆਵਾਜਾਈ ਲੋਕਾਂ ਦੀ ਹੈਗੀ ਆ, ਵਰਕ ਪਰਮਿਟ, PR, ਉੱਥੋਂ ਦੀ ਵਿਜ਼ਿਟਿੰਗ ਵੀਜ਼ਾ, ਔਰ ਜਿਹੜਾ ਤੁਹਾਡੇ ਉੱਤੇ ਜੋ ਕੁਛ ਆਉਣ ਜਾਣ ਲਈ ਸੈਲਾਨੀਆਂ ਨੂੰ ਲੱਗਦਾ, ਸਭ ਤੋਂ ਬਿਹਤਰ ਆ। ਐਗਜ਼ੈਕਟਲੀ। ਹੁਣ ਆਪਾਂ ਅਮਰੀਕਾ ਦੀ ਵੀ ਗੱਲ ਕਰ ਲਈਏ। ਅਮਰੀਕਾ ਦੇ ਲੋਕਤੰਤਰ ਸੰਮੇਲਨ ਦੇ ਵਿੱਚ ਚੀਨ ਤੇ ਪਾਕਿਸਤਾਨ ਐਬਸੈਂਟ। ਅੱਛਾ, ਇਸ ਕਰਕੇ ਹੈਗਾ ਕਿ ਪਾਕਿਸਤਾਨ ਦਾ ਹਮਾਇਤੀ ਕੌਣ ਹੈਗਾ? ਚੀਨ ਦੀ ਇਹ ਅੱਗੇ ਇਮਦਾਦ ਕਰਨ ਲਈ ਜਿਹੜਾ ਇਹਨਾਂ ਦਾ ਯੈਸ, ਪਰ ਏਡਾ ਵੱਡਾ ਮਸਲਾ ਪੂਰੇ ਵਰਲਡ ਦੇ ਵਿੱਚ ਕਿੱਥੋਂ ਆਏ ਡੈਲੀਗੇਟਸ ਕਿ ਲੋਕਤੰਤਰ ਡੈਮੋਕ੍ਰੇਸੀ ਦੀ ਗੱਲ ਕਰਨੀ। ਡੈਮੋਕ੍ਰੇਸੀ ਦੀ, ਔਰ ਗੱਲ ਤੁਹਾਡੀ ਸਹੀ ਹੈ। ਜਿਹੜਾ ਪਾਕਿਸਤਾਨ ਆ ਨਾ, ਇੱਥੇ ਡੈਮੋਕ੍ਰੇਸੀ ਬਹੁਤ ਘੱਟ ਰਹੀ ਹੈ। ਇੱਥੇ ਡਿਕਟੇਟਰਸ਼ਿਪ ਰਹੀ ਹੈ, ਮੁਸ਼ਰਫ ਤੋਂ ਲੈ ਕੇ ਅਯੂਬ ਤੱਕ, ਭੁੱਟੋ ਤੱਕ, ਸਾਰਾ ਇਸੇ ਤਰ੍ਹਾਂ ਦਾ ਡਿਕਟੇਟਰਸ਼ਿਪ ਚੀਨ ਵਿੱਚ ਵੀ ਅੱਜ ਡਿਕਟੇਟਰਸ਼ਿਪ ਵੀ ਇੱਥੇ ਆਰਮੀ ਦਾ ਹੀ ਬਲਬੂਤੇ ਚੱਲਦੀ ਸਰਕਾਰਾਂ। ਜਦੋਂ ਕਿ ਇੱਥੋਂ ਦੇ ਜਿਹੜੇ ਆਰਮੀ ਦੇ ਹੈੱਡ ਹੁੰਦੇ ਆ, ਜਿਸ ਤਰ੍ਹਾਂ ਉਹਦੇ 'ਚ ਬਾਜਵਾ ਜੀ ਸੀਗੇ, ਔਰ ਜਦੋਂ ਨਨਕਾਣਾ ਸਾਹਿਬ ਦਾ ਤਕਰੀਬਨ ਸਾਰਾ ਹੀ ਆਰਮੀ ਨੇ ਕੈਪਚਰ ਕੀਤਾ ਹੋਇਆ ਪਾਕਿਸਤਾਨ ਨੂੰ। ਜਦੋਂ ਨਨਕਾਣਾ ਔਰ ਸਾਹਿਬ ਚੀਨ ਦਾ ਵਿੱਚ ਵੀ ਇੱਕ ਤਰ੍ਹਾਂ ਦਾ ਡਿਕਟੇਟਰਸ਼ਿਪ ਹੀ ਹੈ। ਉਹੀ ਨਨਕਾਣਾ ਸਾਹਿਬ ਦੇ ਜਦੋਂ ਦਰਵਾਜ਼ੇ ਖੋਲ੍ਹੇ ਆ ਸਾਰੇ ਯਾਤਰੂਆਂ ਲਈ, ਸ਼ਰਧਾਲੂਆਂ ਲਈ, ਸਾਰੇ ਲੋਕ ਗਏ ਆ। ਨਵਜੋਤ ਸਿੱਧੂ ਜੀ ਉੱਥੇ ਗਏ ਸੀ, ਅਤੇ ਉਹਨਾਂ ਨੂੰ ਜੱਫੀ ਪਾ ਲਈ ਸੀ। ਉਹਦਾ ਬੜਾ ਰੌਲਾ ਪਿਆ ਸੀ। ਜਿੱਥੇ ਜਵੇਦ ਬਾਜਵਾ ਜੀ ਜਿਹੜੇ ਇੱਥੋਂ ਦੇ ਚੀਫ ਸੀਗੇ ਆਰਮੀ ਦੇ, ਔਰ ਉਹ ਦੀ ਬੜੀ ਆਲੋਚਨਾ ਹੋਈ, ਕਿਉਂਕਿ ਉਹ ਉਹਨਾਂ ਦੇ ਰਵੱਈਆ ਹਿੰਦੁਸਤਾਨ ਲਈ ਪਹਿਲਾਂ ਹੀ ਇਸ ਤਰ੍ਹਾਂ ਦਾ ਰਿਹਾ ਕਿ ਨੈਗੇਟਿਵ। ਆਰਮੀ ਚਾਹੁੰਦੀ ਨਹੀਂ ਕਿ ਇਹਨਾਂ ਨਾਲ ਸਾਡਾ ਭਰਾਤਰੀ ਭਾਵ ਔਰ ਫਰੈਂਡਸ਼ਿਪ ਰਵੇ, ਉਹ ਨਹੀਂ ਚਾਹੁੰਦੇ। ਹੁਣ ਇਹ ਜਿਹੜਾ ਅਮਰੀਕਾ ਨਾਲ ਇਹਨਾਂ ਨਾਲ ਇਹ ਗੱਲ ਕੀਤੀ ਹੈ, ਹੁਣ ਇਹ ਦੇਸ਼ ਹੀ ਬਹੁਤ ਛੋਟਾ ਜਿਹਾ, ਅੱਗੇ ਭੁੱਖਮਰੀ ਨਾਲ ਮਰ ਰਿਹਾ। ਬਜਟ ਅੱਗੇ ਡਿਫੈਂਸ ਦਾ ਅਮਰੀਕਾ ਤੋਂ ਮਿਲਦਾ ਰਿਹਾ। ਬਾਈਡਨ ਸਾਹਿਬ ਥੋੜ੍ਹਾ ਜਿਹਾ ਇਹਦੇ ਨਾਲ ਕੁਰਖਤ ਹੋ ਗਏ, ਕਿਉਂਕਿ ਇਮਰਾਨ ਖਾਨ ਤੇ ਉਹਨਾਂ ਦੀ ਆਪਸੀ ਬਣੀ ਨਹੀਂ, ਔਰ ਇਸ ਕਰਕੇ ਇਮਰਾਨ ਨੂੰ ਗੱਦੀਓਂ ਲਾਤਾ। ਅਤੇ ਉਹ ਹੁਣ ਉਦੋਂ ਬਾਅਦ ਜਿਹੜੇ ਬਾਕੀ ਨਵਾਜ਼ ਸ਼ਰੀਫ 'ਚ ਸ਼ਾਹਬਾਜ਼ ਸ਼ਰੀਫ ਜੀ ਨੇ, ਹੁਣ ਉਹਨਾਂ ਦੇ ਆਪਸੀ ਇੱਕ ਚੌਕੜੀ ਬਣ ਗਈ। ਹੁਣ ਉਹ ਚਾਹੁੰਦੇ ਨੇ ਕਿ ਅਮਰੀਕਾ ਦੀ ਹਮਾਇਤ ਨਾਲੋਂ ਚਾਈਨਾ ਨਾਲ ਰੱਖੇ, ਕਿਉਂਕਿ ਚਾਈਨਾ ਨਾਲ ਉਹਨਾਂ ਦੇ ਜੋੜ ਹੈਗਾ। ਰਸ਼ੀਆ ਉੱਧਰੋਂ ਰਸ਼ੀਆ, ਚਾਈਨਾ ਅਤੇ ਪਾਕਿਸਤਾਨ, ਇਹ ਤਿੰਨਾਂ ਦਾ ਇੱਕ ਤਿਗੜੀ ਬਣ ਗਈ ਹੈ, ਔਰ ਇਹ ਚਾਹ ਰਹੇ ਸੀਗੇ। ਔਰ ਇਹ ਮੇਰਾ ਖਿਆਲ ਆ ਉਦੋਂ ਬਾਅਦ ਇਹਨਾਂ ਨੇ ਕਹਿ ਤਾ ਕਿ ਵੀਡੀਓ 'ਤੇ ਇਹਨਾਂ ਨੇ ਕਿਹਾ, ਉਹਨਾਂ ਦੇ ਪ੍ਰਧਾਨ ਮੰਤਰੀ ਨੇ, ਕਿ ਅਸੀਂ ਇਸ ਗੱਲ ਦੀ ਉਹਨਾਂ ਕੋਲ ਮਾਫੀ ਮੰਗਾਂਗੇ ਕਿ ਅਸੀਂ ਕਿਸੇ ਵਜ੍ਹਾ ਕਰਕੇ ਇਹਨਾਂ ਨਾਲ ਨਹੀਂ ਮਿਲ ਸਕੇ, ਅਸੀਂ ਫਿਰ ਵੀ ਇਹਨਾਂ ਦੀ ਹਮਾਇਤ ਕਰਦੇ ਰਹਾਂਗੇ। ਇੱਕ ਪਾਸੋਂ ਡਰ ਵੀ ਹੈਗਾ, ਦੂਜੇ ਇਸ ਪਾਸੇ ਡਰ ਇਸ ਕਰਕੇ ਕਿ ਪੈਸਾ ਉਹਦੇ ਕੋਲ ਮੰਗਣਾ ਇਹਨਾਂ ਨੇ। ਅਮਰੀਕਾ ਨੇ ਹਥਿਆਰ ਦੇਣੇ, ਅਮਰੀਕਾ ਨੇ ਪੈਸਾ ਦੇਣਾ, ਅਮਰੀਕਾ ਨੇ ਨੀਤੀ ਬਣਾਉਣੀ, ਉਹ ਸਾਰਾ ਕੁਛ ਉਹੀ ਹੈ। ਪਰ ਹਿੰਦੁਸਤਾਨ ਫਿਰ ਵੀ ਬੈਲੈਂਸ ਚੱਲ ਰਿਹਾ। ਇੰਡੀਆ ਦੀ ਸਰਕਾਰ, ਲੋਕ, ਅਮਰੀਕਾ ਨਾਲ ਬੈਲੈਂਸ ਚੱਲ ਦੋਸਤਾਨਾ ਇਹਨਾਂ ਦਾ ਮਾਹੌਲ ਹੈ। ਦੇਖੋ, ਆਈਡੀਓਲੋਜੀ ਤਾਂ ਬਹੁਤ ਵਧੀਆ ਲੋਕਤੰਤਰ ਦੀ। ਹਾਂ, ਬਹੁਤ ਜੇ ਉਹਦੇ 'ਚ ਬੇਈਮਾਨੀ ਆ ਜਾਵੇ ਤਾਂ ਫਿਰ ਆਈਡੀਓਲੋਜੀ ਕੀ ਕਰੇਗੀ? ਕਿਉਂਕਿ ਸਾਰੇ ਮਸਲੇ ਬੇਈਮਾਨੀ ਦੇ ਨੇ। ਹਰ ਮਸਲਾ ਬੇਈਮਾਨੀ 'ਚੋਂ ਪੈਦਾ ਹੁੰਦਾ। ਜੇ ਬੇਈਮਾਨੀ ਕੱਢ ਦਿੱਤੀ ਜਾਵੇ ਤਾਂ ਸਾਰੇ ਮਸਲੇ ਠੀਕ ਨੇ। ਹੁਣ ਜਿਹੜੇ ਕੋਰੀਅਨ ਨੇ, ਸਾਊਥ ਕੋਰੀਆ, ਔਰ ਜਿੰਨੀ ਅਰਬ ਕੰਟਰੀ, ਜਿੰਨੇ ਮੁਸਲਿਮ ਕੰਟਰੀ, ਸਾਰਿਆਂ 'ਚ ਡਿਕਟੇਟਰਸ਼ਿਪ ਰਹੀ ਹੈ, ਔਰ ਉਹ ਲੋਕਤੰਤਰ ਤੋਂ ਬਹੁਤ ਦੂਰ ਆ। ਉਹ ਲੋਕਤੰਤਰ ਅਤੇ ਸੰਵਿਧਾਨ ਤੋਂ ਬਹੁਤ ਦੂਰ ਆ। ਉਹ ਜਿੰਨੇ ਮੁਸਲਿਮ ਕੰਟਰੀ ਆ, ਉਹ ਇਸ ਗੱਲ ਨੂੰ ਨਹੀਂ ਮੰਨਦੇ। ਜਿੱਥੇ ਇਰਾਨ, ਇਰਾਕ, ਜਿੱਥੇ ਤੁਸੀਂ ਜਾਓਗੇ, ਉੱਥੇ ਡਿਕਟੇਟਰਸ਼ਿਪ, ਤਾਨਾਸ਼ਾਹੀ ਦਾ ਰਾਜ ਰਿਹਾ। ਇੱਕ ਰਾਜਾ ਹੀ ਰਿਹਾ ਸਾਰਾ ਕੁਛ। ਪੁਰਾਣੇ ਜ਼ਮਾਨੇ 'ਚ ਹਿੰਦੁਸਤਾਨ 'ਚ ਵੀ ਇਹੀ ਸੀਗਾ। ਰਾਜੇ ਮਹਾਰਾਜੇ ਹੁੰਦੇ ਸੀਗੇ ਅਤੇ ਜਨਤਾ ਹੁੰਦੀ ਸੀ, ਪ੍ਰਜਾ ਹੁੰਦੀ ਸੀ। ਫਿਰ ਡੈਮੋਕ੍ਰੇਸੀ ਬਾਅਦ 'ਚ ਆਈ। ਡੈਮੋਕ੍ਰੇਸੀ 1950 ਤੋਂ ਜਦੋਂ ਕਿ ਦੇਸ਼ ਆਜ਼ਾਦ ਹੋਇਆ, ਜਦੋਂ ਕਿ ਸੰਵਿਧਾਨ ਬਣਿਆ, ਸੰਵਿਧਾਨ ਦੀ ਕ੍ਰੀਏਸ਼ਨ ਤੋਂ ਬਾਅਦ ਫਿਰ ਡੈਮੋਕ੍ਰੇਸੀ ਦੀ ਐਂਟਰੀ ਹੋ ਗਈ, ਅਤੇ ਡੈਮੋਕ੍ਰੇਸੀ ਲੋਕਾਂ ਦਾ ਰਾਜ ਹੋ ਗਿਆ। ਉਦੋਂ ਲੋਕ ਵੋਟ ਨਹੀਂ ਸੀ ਪਾਉਂਦੇ। ਉਦੋਂ ਰਾਜਵੰਸ਼ ਜਿਹੜਾ ਹੁੰਦਾ ਸੀਗਾ, ਪਰਿਵਾਰ ਤੋਂ ਹੁੰਦਾ ਸੀ। ਅੱਜ ਬਾਪੂ ਆ ਰਾਜਾ ਦੇਸ਼ ਦਾ, ਕੱਲ੍ਹ ਉਹਦਾ ਪੁੱਤਰ ਆ, ਕੱਲ੍ਹ ਉਹਦਾ ਪੋਤਰਾ। ਉਹਦੇ ਵਿੱਚ ਵੀ ਬੜੇ ਕਤਲੋ ਗਾਰਤ ਹੁੰਦੀ ਸੀ ਆਪਸ ਦੇ ਵਿੱਚ। ਗੱਦੀ ਵਾਸਤੇ ਵੀ ਬੜਾ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ। ਔਰੰਗਜ਼ੇਬ ਨੇ ਸਾਰੇ ਭਰਾ ਮਾਰਤੇ। ਇਤਿਹਾਸ ਭਰਿਆ ਪਿਆ। ਔਰੰਗਜ਼ੇਬ ਤੋਂ ਬਾਅਦ ਮਰਾਠੇ ਰਹੇ। ਪਹਿਲਾਂ ਦੇਸ਼ ਦੇਖੋ ਨਾ, ਪਹਿਲਾਂ ਮਹਿਲ ਦਾ ਪੋਲਿਟਿਕਸ ਸੀਗਾ, ਹੁਣ ਦੇਸ਼ ਦਾ ਦੇਸ਼ ਦਾ ਪੋਲਿਟਿਕਸ। ਮੈਂ ਕਹੀ ਤੇ ਜਾਣਦਾ, ਹਰ ਮਸਲਾ ਬੇਈਮਾਨੀ 'ਚੋਂ ਪੈਦਾ ਹੁੰਦਾ। ਹਾਂ। ਜੇ ਬੇਈਮਾਨੀ ਕੱਢ ਦਿਓ ਤਾਂ ਸਭ ਕੁਝ ਸਹੀ ਹੈ। ਯੋਗ ਬੰਦਾ ਬਿਠਾ ਦਿਓ, ਠੀਕ ਹੈ। ਨਹੀਂ, ਯੋਗ ਬੰਦੇ ਨੂੰ ਨਹੀਂ ਬਿਠਾਣਾ, ਮੈਂ ਬਹਿਣਾ, ਬੇਈਮਾਨੀ ਹੋ ਗਈ। ਔਰ ਹੁੰਦਾ ਕੀ ਹੈ, ਡੈਮੋਕ੍ਰੇਸੀ ਕੀ ਕਹਿੰਦੀ ਹੈ ਕਿ ਜੇ ਤੁਹਾਨੂੰ ਪਤਾ ਹੈ ਕਿ ਮੇਰੇ ਤੋਂ ਲਾਇਕ ਦੂਜਾ ਬੰਦਾ ਹੈਗਾ, ਮੈਂ ਆਪੇ ਪਿੱਛੇ ਹਟ ਜਾਵਾਂ, ਲਾਇਕ ਨੂੰ ਆਉਣ ਦਿਓ, ਕਿਉਂਕਿ ਦੇਸ਼ ਦਾ ਮਾਮਲਾ। ਨਹੀਂ ਜੀ, ਮੈਂ ਦਿਖਣਾ ਚਾਹੀਦਾ, ਮੈਂ ਬਹਿਣਾ। ਚਲੋ ਫਿਰ ਗੇਮ ਸ਼ੁਰੂ ਹੋ ਜਾਂਦੀ ਹੈ ਪੋਲਿਟਿਕਸ ਦੀ। ਫਿਰ ਥੱਲੇ ਤੋਂ ਥੱਲੇ, ਨੀਵੇਂ ਤੋਂ ਨੀਵੇਂ, ਪਤਾ ਨਹੀਂ ਕਿਸ ਲੈਵਲ ਤੱਕ ਚਲੇ ਜਾਂਦੇ ਨੇ, ਘਟੀਆ ਤੋਂ ਘਟੀਆ ਲੈਵਲ ਤੱਕ ਉਤਰ ਜਾਂਦੇ ਨੇ ਗੱਦੀ ਤੇ ਬਹਿਣ ਵਾਸਤੇ। ਸੋ ਇਹ ਬੇਈਮਾਨੀ ਦੇ ਮਸਲੇ ਨੇ। ਇਹੀ ਜਿਹੜੀ ਬੇਈਮਾਨੀ ਹੈ ਨਾ, ਸ਼ਾਇਰ ਮਸ਼ਰਕ ਇਕਬਾਲ ਜੀ ਆ, ਉਹਨਾਂ ਦਾ ਇੱਕ ਸ਼ੇਰ ਹੈਗਾ। ਉਸ ਸ਼ੇਰ 'ਚ ਉਹਨਾਂ ਨੇ ਇਹੀ ਲਿਖਿਆ ਕਿ ਵਤਨ ਕੀ ਹੈ ਨਾ, ਵਤਨ ਕੀ ਹਿਫਾਜ਼ਤ ਕਰ ਐ ਨਦਾਂ, मुसीबत आने वाली है। तेरे मशवरे लिखे हैं बहुत आसमानों में, तेरी जो मसले है बड़े आसमानां 'ਚ ਲਿਖੇ ਆ। ਤੇਰੀ ਤਹਿਜ਼ੀਬ ਜਿਹੜੀ ਹੈ ਇਹਨੂੰ ਸੰਭਾਲ ਲਾ,
ਤੇ ਉਸ ਤੋਂ ਬਾਅਦ ਫਿਰ ਤੈਨੂੰ ਇਹ ਵਕਤ ਤੇ ਕੰਟਰੋਲ ਕਰੇਗਾ। ਜੇ ਤੇਰੀ ਤਹਿਜ਼ੀਬ ਵਿਗੜ ਗਈ, ਤੇਰਾ ਆਸਾ ਪਾਸਾ ਵਿਗੜ ਗਿਆ, ਤੇ ਫਿਰ ਆਫਤ ਆਉਣ ਵਾਲੀ ਆ। ਤੇਰੇ ਮਸ਼ਵਰੇ ਨਹੀਂ ਚੱਲਣੇ ਉੱਥੇ, ਤੇਰੀ ਹਸਤੀ ਜਿਹੜੀ ਆ ਹਸਤੀਆਂ 'ਚ ਨਹੀਂ ਮਿਲਣੀ, ਤੇਰਾ ਸਾਰਾ ਕੁਝ ਬਰਬਾਦ ਹੋ ਰਿਹਾ। ਇਹੀ ਹੈ। ਕਿਸੇ ਗੱਲ ਜੋਗਾ ਨਹੀਂ ਰਹਿ ਜਾਣਾ। ਜੀ ਬਸ ਸਿੱਧੀ ਸਾਦੀ ਗੱਲ ਇਹ ਹੈ। ਉਹੀ ਇਸ ਕਰਕੇ ਬੰਦਾ ਬਣ ਜਾ। ਹਾਂ, ਇਹੀ ਕਿਹਾ ਬੰਦਿਆ ਬੰਦਾ ਬਣ। ਹਾਂ ਕਿ ਅਦਾ ਵਤਨ ਨੂੰ ਸੰਭਾਲ ਆਪਣੇ ਨੂੰ, ਤਾਂ ਇਹਦੀ ਹਿਫਾਜ਼ਤ ਉਹਨਾਂ ਨੇ ਬੜੀ ਡੀਸੈਂਟ ਵੇਚ ਕਹਿਤਾ। ਸਾਡੇ ਬਜ਼ੁਰਗ ਸਿੱਧੀ ਗੱਲ ਕਹਿ ਦਿੰਦੇ ਨੇ, ਸਿੱਧੀ ਪਤਰੀ, ਉਹ ਬੰਦਿਆ ਬੰਦਾ ਬਣ। ਉਹੀ ਇੱਕ ਲਫ਼ਜ਼ ਦੇ ਵਿੱਚ ਹੀ ਬੜਾ ਕੁਛ ਹੈ। ਬਿਲਕੁਲ। ਹਾਂ, ਇਹੀ ਸੋ ਚੱਲਿਆ ਜਾਏ ਜੀ। ਜ਼ਰੂਰ, ਬਿਲਕੁਲ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਹਾਂ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ।